ਲੋ ਜੀ ਸਭ ਸੁਣਨ ਤੇ ਵੇਖਣ ਵਾਲਿਆਂ ਨੂੰ ਜੀ ਆਇਆਂ ਨੂੰ ਆਖਦੇ ਆ। ਤੇ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਚੜ੍ਹਦੇ ਪੰਜਾਬ ਦੇ ਸ਼ਾਇਰ ਨਵਾਬ ਖਾਨ ਨਾਲ ਇੱਕ ਮੁਲਾਕਾਤ ਹੈ। ਤੇ ਆਖਦੇ ਨੇ ਸਿਆਣੇ ਆਖਦੇ ਨੇ ਕਿ ਬੰਦੇ ਦੀਆਂ ਦੋ ਉਮਰਾਂ ਹੁੰਦੀਆਂ ਨੇ, ਇੱਕ ਉਹਦੀ ਜਿਸਮਾਨੀ ਪੂਰੀ ਉਮਰ ਹੁੰਦੀ ਹੈ, ਇੱਕ ਉਹਦੀ ਫਿਕਰੀ ਤੇ ਫਨੀ ਉਮਰ। ਅੱਜ ਜਿਹੜੇ ਸ਼ਾਇਰ ਨੂੰ ਅਸੀਂ ਧਰਨਾ ਮਰਾਨ ਲੱਗੇ ਆ, ਸ਼ਾਇਰ ਦੀ ਲੱਗੇ ਕਿ ਤੁਹਾਨੂੰ ਗੱਭਰੂ ਹੈ ਔਰ 24 ਸਾਲਾਂ ਦਾ ਜਵਾਨ ਹੈ, ਲੇਕਿਨ ਜਦੋਂ ਉਹਦਾ ਕਵਿਤਾ ਸੁਣਾਂਗੇ, ਉਹਦਾ ਕਲਾਮ ਸਾਂਝਾ ਕਰਾਂਗੇ ਤੇ ਤੁਸੀਂ ਇਹ ਗੱਲ ਮੰਨੋਗੇ ਕਿ ਉਹਦੀ ਜਿਹੜੀ ਫਨੀ ਔਰ ਫਿਕਰੀ ਉਮਰ ਹੈ ਉਹਦੀ ਜਿਸਮਾਨੀ ਉਮਰ ਤੋਂ ਢੇਰ ਜ਼ਿਆਦਾ ਹੈ। ਨਵਾਬ ਖਾਨ ਜੀ ਬਿਸਮਿल्लाह। ਵਾਲੇकुम सलाम जनाब। ਸ਼ੁਕਰੀਆ ਬਹੁਤ ਸੋਹਣਾ ਸਵਾਬ ਬਣਾਉਣ ਲਈ ਧੰਨਵਾਦ। ਅਸੀਂ ਵੀ ਬੜੇ ਦਿਨਾਂ ਦੇ ਸੋਚ ਰਹੇ ਸਾਂ ਕਿ ਇੱਕ ਸੱਜਣ ਮਿੱਤਰ ਨਾਲ ਗੱਲ ਹੋਣੀ ਹੈ ਤੇ ਅਸੀਂ ਕਾਫੀ ਸਾਰੇ ਸੀਨੀਅਰ ਤੇ ਵੱਡੇ ਸ਼ਾਇਰ, ਉਮਰੋਂ ਵੱਡੇ ਸ਼ਾਇਰ ਲਿਆਂਦੇ ਰਹੇ ਤੇ ਕੋਈ ਨਵੇਂ ਜਿਹੜੇ ਸ਼ਾਇਰ ਪੁੰਗਰ ਰਹੇ ਨੇ ਤੇ ਉਹਨਾਂ ਨੂੰ ਵੀ ਸਾਡੇ ਨਾਲ ਮੁਤਾਰਫ ਕਰਾਓ। ਤੇ ਮੈਂ ਸਮਝਦਾ ਸਾਡੇ ਪ੍ਰੋਗਰਾਮ ਦੀ ਖੁਸ਼ਕਿਸਮਤੀ ਹੈ ਕਿ ਅਸੀਂ ਤੁਹਾਨੂੰ ਲੱਭਿਆ ਤੇ ਤੁਹਾਨੂੰ ਲਿਆਂਦਾ। ਹਰਵਿੰਦਰ ਹਰਾਂ ਨੂੰ ਜਾਂਦਾ ਇਹਦਾ ਸਾਰਾ ਕ੍ਰੈਡਿਟ। ਅੱਛਾ, ਅਸੀਂ ਸਮਝਦੇ ਹਾਂ ਕਿ ਜਿਹੜੀ ਤੁਹਾਡੀ ਸ਼ਾਇਰੀ ਹੈ ਜਾਂ ਕਵਿਤਾ ਹੈ, ਤੁਸੀਂ ਜੋ ਕਿ ਪੰਜਾਬੀ ਯੂਨੀਵਰਸਿਟੀ ਤੋਂ MA ਪੰਜਾਬੀ ਵੀ ਕੀਤਾ ਔਰ ਹੁਣ PhD ਕਰ ਰਹੇ ਹੋ, ਤੇ ਅਸੀਂ ਚਾਹੁੰਦੇ ਹਾਂ ਕਿ ਦਰਸ਼ਕਾਂ ਨੂੰ ਤੁਹਾਡੇ ਕੋਲ ਇਹ ਪੁੱਛ ਕੇ ਦੱਸੀਏ ਕਿ ਕਵਿਤਾ ਜਿਹੜੀ ਇਹ ਸ਼ੁਰੂ ਕਿੱਥੋਂ ਹੋਈ ਹੈ, ਕਵਿਤਾ ਦੀ ਤਾਰੀਖ ਕੀ ਹੈ। ਕਵਿਤਾ ਦੀ ਸ਼ੁਰੂਆਤ ਜੇ ਤੁਸੀਂ ਹਾਂਜੀ ਜਦੋਂ ਸ਼ੁਰੂਆਤ ਵੱਲ ਜੀ ਆਪਾਂ ਜਾਈਏ ਤਾਂ ਇਹ ਤਕਰੀਬਨ 5 ਕੁ ਸਾਲ ਪਹਿਲਾਂ ਸ਼ੁਰੂ ਹੋ ਗਿਆ ਸੀ। ਉਸ ਤੋਂ ਪਹਿਲਾਂ ਜਾਣੀ ਦੀ ਪੜ੍ਹਨ ਦਾ ਜ਼ਿਆਦਾ ਝੁਕਾਅ ਸੀਗਾ, ਜਿਵੇਂ ਸੂਫੀਜ਼ਮ ਨੂੰ ਪੜ੍ਹਨਾ ਜਾਂ ਸਾਹਿਤ ਨਾਲ ਜੁੜਨ ਦਾ ਸਬੱਬ ਗ੍ਰੈਜੂਏਸ਼ਨ ਦੌਰਾਨ ਬਣ ਗਿਆ ਸੀਗਾ। ਤੇ ਉਦੋਂ ਹੀ ਗ੍ਰੈਜੂਏਸ਼ਨ 'ਚ ਸਾਹਿਤ ਨਾਲ ਜੁੜਨ ਦਾ ਸਬੱਬ ਬਣਿਆ, ਮਾਹੌਲ ਐਵੇਂ ਦਾ ਹੋ ਗਿਆ ਕੁਝ। ਤੇ ਲਿਖਣ ਦਾ ਜਿਹੜਾ ਆਰੰਭ ਸੀਗਾ ਉਦੋਂ ਹੋਇਆ ਪਹਿਲੇ ਸਾਲ 'ਚ, BA ਦੇ ਪਹਿਲੇ ਸਾਲ 'ਚ। ਹੌਲੀ ਹੌਲੀ ਇੱਕ ਤੁਸੀਂ ਕਹਿ ਦਿੰਦੇ ਹੋ ਇੱਕ ਲੀਹ ਬਣਨੀ ਸ਼ੁਰੂ ਹੋ ਜਾਂਦੀ ਹੈ, ਇੱਕ ਤੁਕਬੰਦੀ ਹੁੰਦੀ ਆ। ਹੌਲੀ ਹੌਲੀ ਤੁਕਬੰਦੀ ਆ, ਤੁਸੀਂ ਪੂਰੀ ਕਾਵਿਧਾਰਾ 'ਚ ਵਿਚਰਦੇ ਹੋ ਜਾਂ ਸਾਹਿਤ ਦੇ ਵਿੱਚੋਂ ਲੰਘਦੇ ਹੋ ਤਾਂ ਉਹ ਖਿਆਲ ਤੁਹਾਡੇ ਅੰਦਰ ਢਲ ਕੇ ਆ ਜਾਂਦੇ ਨੇਗੇ, ਕਿਉਂਕਿ ਇਹ ਲਾਜ਼ਮੀ ਹੈ ਕਿ ਜਿਹਨੂੰ ਤੁਸੀਂ ਪੜ੍ਹਦੇ ਹੋ ਉਹਦੇ ਵਰਗਾ ਬਣਨ ਦੀ ਕੋਸ਼ਿਸ਼ ਕਰਦੇ ਹੋ। ਤਾਂ ਉੱਦਾਂ ਹੀ ਸੀਗਾ ਉਦੋਂ ਸ਼ਿਵ ਕੁਮਾਰ ਬਟਾਲਵੀ ਸਾਹਿਬ ਨੇ ਜਾਂ ਪੜ੍ਹਿਆ ਜਾਂ ਹੋਰ ਹੋ ਗਏ ਪੰਜਾਬ ਦਾ ਜਿਹੜਾ ਵੱਡਾ ਸਾਹਿਤ ਆ ਉਹਦੇ 'ਚ ਵਿਚਰੇ, ਤਾਂ ਹੌਲੀ ਹੌਲੀ ਉਹ ਖਿਆਲ ਤੁਹਾਡੇ 'ਚ ਆਏ। ਤਾਂ ਇੱਦਾਂ ਹੀ ਖਿਆਲਾਂ ਦੀ ਵਿਸ਼ਾਲਤਾ ਹੌਲੀ ਹੌਲੀ ਹੋਣੀ ਸ਼ੁਰੂ ਹੋ ਜਾਂਦੀ, ਜਿਹਨੂੰ ਕਿ ਤੁਸੀਂ ਮੌਲਿਕਤਾ ਕਹਿ ਦਿੰਦੇ ਹੋ। ਜਦੋਂ ਸਾਰੇ ਰੰਗਾਂ ਦਾ ਸੁਮੇਲ ਤੁਹਾਡੇ ਵਿੱਚ ਸਮਾ ਜਾਂਦਾ ਤਾਂ ਇੱਕ ਆਪਣਾ ਲਹਿਦਾ ਰੰਗ ਪ੍ਰਗਟ ਹੁੰਦਾ ਕਿਤੇ। ਜੀ ਉਹ ਤਾਂ ਆਵਾਜ਼ ਤੁਹਾਨੂੰ ਠੀਕ ਆ ਰਹੀ ਨਾ? ਹੈਡਫੋਨ ਬੇਸ਼ੱਕ ਉਤਾਰ ਦਿਓ। ਹਾਂਜੀ ਬਿਲਕੁਲ ਕਲੀਅਰ ਆ ਰਹੀ ਆਵਾਜ਼ ਤੇ। ਹਾਂ, ਥੋੜਾ ਕਰੀਬ ਵੀ ਹੋਵੋਗੇ ਫੋਨ ਦੇ ਤੇ ਆਵਾਜ਼ ਅੱਛੀ ਆਏਗੀ। ਅੱਛਾ, ਇਹ ਸਰ ਬੜੀ ਸੋਹਣੀ ਗੱਲ ਤੁਸੀਂ ਕੀਤੀ। ਤੇ ਅਸੀਂ ਸਮਝਦੇ ਜਿਹੜੀ ਕਵਿਤਾ 'ਚ ਲੋਕ ਇਹ ਕਹਿੰਦੇ ਨੇ ਕਿ 4 ਅੱਖਰ ਇਕੱਠੇ ਕਰ ਲਈਏ ਜਾਂ ਉਹਨਾਂ ਨੂੰ ਖਾਸ ਬਹਿਰ ਜਾਂ ਵਜ਼ਨ 'ਚ ਅੱਗੇ ਪਿੱਛੇ ਕਰ ਲਈਏ ਤੇ ਕਵਿਤਾ ਬਣ ਜਾਂਦੀ। ਤੁਹਾਨੂੰ ਕੀ ਲੱਗਦਾ ਹੈ ਕਿ ਸ਼ਬਦਾਂ ਦੇ ਜਾਂ ਉਹਨਾਂ ਦੀ ਤਰਤੀਬ ਜਾਂ ਉਹਨਾਂ ਦੇ ਵਜ਼ਨ ਤੋਂ ਇਲਾਵਾ ਵੀ ਕੋਈ ਸ਼ੈ ਹੋਵੇ ਤੇ ਫਿਰ ਕਵਿਤਾ ਬਣਦੀ ਹੈ ਕਿ ਜਿਵੇਂ ਲੋਕ ਕਾਰੀਗਰ ਬਣ ਜਾਂਦੀ? ਬਿਲਕੁਲ ਜੀ, ਤੁਸੀਂ ਦੋਨੇ ਚੀਜ਼ਾਂ ਦੀ ਕਸੌਟੀਆਂ ਤੇ ਉਹ ਖਰੇ ਉਤਰਨੇ ਹੋਣੇ ਚਾਹੀਦੇ, ਕਿਉਂਕਿ ਜੇ ਤੁਸੀਂ ਇਕੱਲਾ ਬਹਿਰ ਵਜਨ ਦੇ ਕਾਫੀਆ ਰਦੀਫ ਦੀ ਬੰਦਿਸ਼ ਨੂੰ ਨਿਭਾਉਂਦੇ ਰਹੋ ਤਾਂ ਇੱਕ ਤੁਕਬੰਦੀ ਰਹਿ ਜੂਗੀ। ਉਹ ਖਿਆਲਾਂ ਦੀ ਜਿਹੜੀ ਵਿਸ਼ਾਲਤਾ ਉਹਦੀ ਅਹਿਮੀਅਤ ਇੱਕ ਅਲੱਗ ਹੈ, ਕਿਉਂਕਿ ਜੇ ਤੁਸੀਂ ਪੂਰੇ ਜਦੋਂ ਕਵਿਤਾ ਉਦੋਂ ਹੀ ਖੜਦੀ ਹੈ ਨਾ ਤਾਂ ਇਕੱਲੀ ਬਹਿਰ ਦੇ ਸਿਰ ਤੇ ਖੜ ਸਕਦੀ ਆ ਤੇ ਨਾ ਹੀ ਇਕੱਲੇ ਸ਼ਬਦਾਂ ਦੇ ਸਿਰ ਤੇ। ਜੇ ਤੁਸੀਂ ਸ਼ਬਦ ਅਲੰਕਾਰ ਸਜਾ ਦੇਵੋ, ਸ਼ਬਦ ਅਲੰਕਾਰਾਂ ਨੂੰ ਸਜਾ ਦੇਣਾ ਵੀ ਏਦਾਂ ਹੀ ਆ ਵੀ ਜਿਵੇਂ ਇੱਕ ਮੁਰਦੇ ਜਿਸਮ ਨੂੰ ਤੁਸੀਂ ਗਹਿਣਿਆਂ ਨਾਲ ਸਜਾ ਰਹੇ ਹੋ। ਖਿਆਲਾਂ ਦੀ ਪਵਿੱਤਰਤਾ ਤੇ ਪਾਕੀਜ਼ਗੀ ਜ਼ਿਆਦਾ ਵੱਡੀ ਚੀਜ਼ ਆ। ਮੇਰਾ ਝੁਕਾਅ ਜ਼ਿਆਦਾ ਇੱਧਰ ਹੁੰਦਾ ਵੀ ਬਹਿਰ ਦਾ ਵੀ ਧਿਆਨ ਰਹੇ, ਉਹਦੇ ਨਾਲ ਖਿਆਲਾਂ ਦੀ ਵਿਸ਼ਾਲਤਾ ਜਿਹੜੀ ਖੁਦ ਬ ਖੁਦ ਚੀਜ਼ ਆਊਗੀ। ਜੇ ਤੁਸੀਂ ਬਹਿਰ ਦੀ ਇੱਕ ਕਾਫੀਆ ਰਦੀਫ ਦੀ ਬੰਦਿਸ਼ ਸਿੱਖ ਚੁੱਕੇ ਹੋ, ਉਹ ਤਕਨੀਕੀ ਤੌਰ ਤੇ ਤੁਸੀਂ ਕਹਿ ਸਕਦੇ ਹੋ ਵੀ ਹਾਂ ਪਰਪੱਕ ਆ, ਪਰ ਉਹਨਾਂ ਦੇ ਵਿੱਚ ਖਿਆਲ ਬੁਰੇ ਤਰੀਕੇ ਨਾਲ ਮਹਿਨਤ ਹੋਣਗੇ। ਵੱਡੀ ਸੁਚਮ ਤੇ ਪਵਿੱਤਰਤਾ ਦੀ ਗੱਲ ਇਹੀ ਹੈ ਵੀ ਤੁਸੀਂ ਖਿਆਲਾਂ ਵੱਲ ਧਿਆਨ ਦਿਓ, ਦੋਨੇ ਚੀਜ਼ਾਂ ਨੂੰ ਨਾਲ ਲੈ ਕੇ ਚੱਲੋ ਤਾਂ ਖੁਦ ਬ ਖੁਦ ਇੱਕ ਸਰਮੌਰ ਰਚਨਾ ਸਾਹਮਣੇ ਆਉਂਦੀ ਹੈ। ਜੀ ਅੱਛਾ, ਅਸੀਂ ਬੜੀ ਸੋਹਣੀ ਤੁਸੀਂ ਗੱਲ ਕੀਤੀ ਕਿ ਜਿਹੜੇ ਖਿਆਲ ਇਹ ਬੁਨਿਆਦੀ ਵਸਫ ਹੈ, ਬੁਨਿਆਦੀ ਸ਼ੈ ਹੈ ਜਿਹੜੀ ਕਿਸੇ ਵੀ ਸ਼ਾਇਰੀ ਨੂੰ ਜਾਂ ਕਿਸੇ ਵੀ ਕਵਿਤਾ ਨੂੰ ਇਹ ਇਸ ਤਰ੍ਹਾਂ ਦੀ ਬਣਾਉਂਦੀ ਹੈ ਕਿ ਲੋਕਾਂ ਨੂੰ ਯਾਦ ਰਹਿ ਜਾਏ। ਅੱਛਾ, ਮੈਂ ਤੁਹਾਡੀ ਸ਼ਾਇਰੀ ਸੁਣੀ ਔਰ ਕੁਝ ਗਾਈ ਵੀ, ਕੁਝ ਮਿਸਲਾਂ ਨੇ ਉਹ ਵੀ ਮੇਰੀ ਗੁਜ਼ਰੀ ਤੇ ਮੈਂ ਵੇਖਿਆ ਜਿੱਥੇ ਜਿੱਥੇ ਤੁਹਾਡੇ
ਖਿਆਲ ਬੋਲਦੇ ਨੇ, ਉੱਥੇ ਉੱਥੇ ਤੁਹਾਡੀ ਰੂਹ ਵੀ ਬੋਲਦੀ ਹੈ। ਇਹ ਜਿਹੜਾ ਤੁਹਾਡੀ ਸ਼ਾਇਰੀ ਪੜ੍ਹੇ, ਤੁਹਾਡੇ ਬੇਲੀ ਵੀ ਕਹਿੰਦੇ ਨੇ ਕਿ ਇਹਨੂੰ ਰੂਹਾਨੀ ਅੰਗ ਜ਼ਿਆਦਾ ਹੈ। ਇਹ ਕਿੱਥੋਂ ਤੁਹਾਨੂੰ ਲੱਗਾ, ਇਹ ਜਵਾਨੀ ਦੇ ਵਿੱਚ ਇਹ ਜਿਹੜੀ ਗੱਲ ਹੈ? ਹਾਂਜੀ ਹਾਂਜੀ, ਸ਼ੁਰੂ ਤੋਂ ਹੀ ਸੀਗਾ ਜੀ, ਸੂਫੀਜ਼ਮ ਵੱਲ ਜ਼ਿਆਦਾ ਝੁਕਾਅ ਸੀਗਾ। ਪੜ੍ਹਿਆ ਸਾਰੇ ਹੀ ਸਾਹਿਤ ਸਮੁੱਚਾ, ਜਿਵੇਂ ਤੁਸੀਂ ਕਹਿ ਰਹੇ ਹੋ ਕਾਵਿਧਾਰਾ, ਪਰ ਸੂਫੀਜ਼ਮ ਵੱਲ, ਤਸੱਵੁਫ ਵੱਲ ਜ਼ਿਆਦਾ ਝੁਕਾਅ ਸੀਗਾ, ਕਿਉਂਕਿ ਸਾਖੀਆਂ ਨੂੰ ਪੜ੍ਹਨਾ ਜਾਂ ਸੁਣਨਾ, ਉਹਨਾਂ ਵੱਲ ਜ਼ਿਆਦਾ ਸ਼ੁਰੂ ਤੋਂ ਰਹੀ ਹੈ, ਦਿਲਚਸਪੀ ਜ਼ਿਆਦਾ ਰਹੀ ਹੈ। ਸੂਫੀਜ਼ਮ ਨੂੰ ਇਹਦਾ ਵੱਡਾ ਤੁਸੀਂ ਉਹੀ ਮੰਨ ਸਕਦੇ ਹੋ, ਗ੍ਰੈਜੂਏਸ਼ਨ ਦੌਰਾਨ ਹੀ ਸੂਫੀਜ਼ਮ ਵੱਲ ਜ਼ਿਆਦਾ, ਇੱਕ ਕੋਈ ਵਿਸ਼ਾ ਹੁੰਦਾ ਜਿਹੜਾ ਤੁਹਾਨੂੰ ਪਿਆਰਾ ਲੱਗਦਾ ਹੁੰਦਾ, ਉਹਨਾਂ 'ਚ ਮੈਨੂੰ ਜ਼ਿਆਦਾ ਸੂਫੀਜ਼ਮ ਵੱਲ ਜ਼ਿਆਦਾ ਝੁਕਾਅ ਸੀਗਾ। ਤਾਂ ਉੱਦਾਂ ਦੀ ਤੁਹਾਡੀ ਮਨੋਵਿਰਤੀ ਬਣ ਜਾਂਦੀ ਹੈ, ਤੁਹਾਡੇ ਖਿਆਲ ਵੀ ਉੱਦਾਂ ਦੀ ਬਣ ਜਾਂਦੇ ਨੇ, ਰੂਪ ਰੇਖਾ, ਤੁਹਾਡੀ ਸ਼ੈਲੀਆਂ ਲਿਖਣ ਦੀਆਂ, ਤਰਤੀਬ ਉਹਦੇ ਅਨੁਸਾਰ ਹੋ ਜਾਂਦੀ ਹੈ। ਅੱਛਾ, ਤੁਸੀਂ ਫਿਰ ਇਹ ਲਾ ਲਓ ਨਾ, ਜੇ ਹੈਡਫੋਨ ਤੋਂ ਜ਼ਿਆਦਾ ਆਵਾਜ਼ ਆਏਗੀ ਤੁਹਾਨੂੰ। ਹਾਂਜੀ, ਇਹਦੇ ਅੱਛਾ, ਇਹਦਾ ਥੋੜਾ ਜਿਹਾ ਫਿਰ ਉਹਦਾ ਪ੍ਰੋਬਲਮ ਆ ਜਾਂਦੀ ਹੈ ਨਾ। ਅੱਛਾ, ਨਹੀਂ ਤੁਸੀਂ ਲਾਓ, ਤੁਹਾਨੂੰ ਆਵਾਜ਼ ਠੀਕ ਆਏਗੀ। ਫੋਨ ਦਾ ਥੋੜਾ ਕਰੀਬ ਕਰ ਲਓ ਜੀ, ਬਿਹਤਰੀਨ ਹੋ ਗਿਆ। ਹਾਂਜੀ ਹਾਂਜੀ, ਹੁਣ ਕਲੀਅਰ ਆ ਰਹੀ ਹੈ। ਅੱਛਾ ਜੀ, ਜਿਹੜੇ ਵੇਖਣ ਵਾਲੇ ਸਾਨੂੰ ਨਾਲ ਨਾਲ ਕਮੈਂਟ ਦੇ ਰਹੇ ਨੇ, ਕਿਉਂਕਿ ਤੁਹਾਨੂੰ ਲੋਕ ਬੜਾ ਪਿਆਰ ਕਰਦੇ ਨੇ ਔਰ ਬੜੇ ਮੁਸ਼ਾਇਰੇ ਤੁਹਾਡੇ ਉਧਰ ਸੁਣੇ ਜਾਂਦੇ ਨੇ ਔਰ ਮਕਬੂਲ ਨੇ, ਤੇ ਇਹ ਦੱਸੋ ਕਿ ਜਦੋਂ ਮੁਸ਼ਾਇਰੇ ਤੁਸੀਂ ਜਾਂਦੇ ਹੋ, ਕਵਿਤਾ ਪੜ੍ਹਦੇ ਹੋ, ਤੇ ਲੋਕੀ ਉੱਥੇ ਬੜਾ ਵਡਿਆਉਂਦੇ ਨੇ, ਕਿਆ ਹਰ ਕਵਿਤਾ ਮੁਸ਼ਾਇਰੇ ਵਾਸਤੇ ਹੁੰਦੀ ਹੈ, ਜਾਂ ਇਹ ਕਿਹਾ ਜਾਂਦਾ ਹੈ ਕਿ ਕੋਈ ਖਾਸ ਸ਼ੈਵਾਂ ਮੁਸ਼ਾਇਰੇ 'ਚ ਪੜ੍ਹਨ ਜੋਗੀਆਂ ਹੁੰਦੀਆਂ ਨੇ? ਤੁਹਾਡੇ ਕੀ ਵਿਚਾਰ ਨੇ ਇਹਦੇ ਬਾਰੇ? ਹਾਂਜੀ, ਉੱਥੇ ਇਹ ਹੁੰਦਾ ਵੀ ਮੁਸ਼ਾਇਰੇ 'ਚ ਜੇ ਤੁਸੀਂ, ਉਹਦਾ ਥੋੜਾ ਜਿਹਾ ਫਰਕ ਹੁੰਦਾ। ਆਮ ਜਿਹੜੇ ਸਾਹਿਤਕ ਤੁਸੀਂ ਕਹਿ ਲਓ, ਇੱਕ ਲਿਖਤੀ ਹੋ ਗਿਆ ਰੂਪ, ਇੱਕ ਪੜ੍ਹਨੇ ਵਾਲਾ ਹੋ ਗਿਆ, ਉਹਨਾਂ 'ਚ ਮੈਨੂੰ ਥੋੜਾ ਜਿਹਾ ਗੈਪ ਫਰਕ ਲੱਗਦਾ, ਕਿਉਂਕਿ ਉੱਥੇ ਆਮ ਲੋਕ ਵੀ ਹੁੰਦੇ ਨੇ ਮੁਸ਼ਾਇਰੇ 'ਚ, ਤਾਂ ਉਹਨਾਂ ਦੇ ਹਾਣ ਦੀ ਜੇ ਤੁਸੀਂ ਗੱਲ ਕਰਦੇ ਹੋ ਸਟੇਜ 'ਤੇ, ਉਹੀ ਜ਼ਿਆਦਾ ਸਰਾਹੀ ਜਾਂਦੀ ਹੈ ਜੀ। ਜੇ ਤੁਸੀਂ ਜ਼ਿਆਦਾ ਸ਼ਬਦੀ ਲੈਂਗੁਏਜ, ਤੁਸੀਂ ਕਿਤਾਬ ਦੇ ਵਿੱਚ ਉਹਨਾਂ ਦਾ ਵੀ ਜ਼ਿਕਰ ਕਰ ਸਕਦੇ ਹੋ, ਵੱਡੇ ਭਾਰੇ ਸ਼ਬਦਾਂ ਦਾ, ਪਰ ਮੁਸ਼ਾਇਰੇ ਦੇ ਵਿੱਚ ਥੋੜ੍ਹੀਆਂ ਜਿਹੀਆਂ ਐਂਟਰਟੇਨਮੈਂਟ ਵੀ ਇੱਕ ਤਰੀਕੇ ਨਾਲ ਹੋਣੀ। ਤੁਹਾਡੀ ਕਿਸੇ ਕਵਿਤਾ ਨੂੰ ਸੁਣਿਆ, ਕੋਈ ਇਨਾਮ ਵੀ ਮਿਲਿਆ ਤੁਹਾਡੀ ਕਵਿਤਾ ਨੂੰ? ਹਾਂਜੀ ਹਾਂਜੀ, ਤੇ ਉਹ ਜਦੋਂ ਇਨਾਮ ਮਿਲਦਾ, ਹਾਂਜੀ ਹਾਂਜੀ, ਉਹ ਸਾਹਿਤ ਸਭਾ ਦੁਆਰਾ ਹੋਇਆ ਸੀਗਾ, ਇੱਕ ਸਾਹਿਤ ਅਕੈਡਮੀ ਚੰਡੀਗੜ੍ਹ ਦੁਆਰਾ। ਅੱਛਾ, ਵਾਹ, ਚਲੋ ਜੀ, ਉਹਦੇ ਨਾਲ ਤਾਂ ਬੜਾ ਹੌਸਲਾ ਮਿਲਿਆ ਤੁਹਾਨੂੰ। ਔਰ ਹੁਣ ਅਗਲਾ ਕਦਮ ਇਹ ਹੈ ਕਿ ਤੁਹਾਡੀ ਕਿਤਾਬ ਆਉਣੀ ਚਾਹੀਦੀ। ਹਾਂਜੀ ਹਾਂਜੀ, ਕਿਤਾਬ ਦਾ ਏਦਾਂ ਹੁੰਦਾ ਜੀ, ਮੈਨੂੰ ਇਹ ਹੁੰਦਾ ਵੀ ਸਾਹਿਤਾਂ ਨਾਲ ਕਾਰਜ ਕਰਿਆ ਜਾਵੇ, ਕੋਈ ਵੀ ਹੈ। ਤੁਸੀਂ ਇੱਕ ਕਿਤਾਬ ਦੀ ਵੱਡੀ ਜ਼ਿੰਮੇਵਾਰੀ ਲੈ ਕੇ ਚੱਲੋ, ਕਮਰਸ਼ੀਅਲਿਜ਼ਮ ਨਾਲ ਹਾਵੀ ਹੋਣ ਤੋਂ, ਆਪਣੇ ਤੇ ਖਿਆਲਾਂ ਦੀ ਪਵਿੱਤਰਤਾ ਤੇ ਪਾਕੀਜ਼ਗੀ ਨੂੰ ਕਾਇਮ ਰੱਖੋ, ਕਿਉਂਕਿ ਜੋ ਤੁਸੀਂ ਸਮਝੌਤਾ ਕਰਕੇ ਕੋਈ ਚੀਜ਼ ਲਿਖ ਰਹੇ ਹੁੰਦੇ ਹੋ, ਤਾਂ ਉਹ ਉੱਥੇ ਕੀ ਅਸਰ ਕਰੂਗੀ। ਇੱਕ ਇਕਬਾਲ ਸਾਹਿਬ ਦਾ ਸ਼ੇਅਰ ਹੈ, ਜਿਵੇਂ ਕਿ ਜੋ ਬਾਤ ਦਿਲ ਸੇ ਨਿਕਲਤੀ ਹੈ ਅਸਰ ਰੱਖਤੀ ਹੈ, ਪਰ ਨਹੀਂ ਤਾਕਤ ਪਰਵਾਜ਼ ਮਗਰ ਰੱਖਤੀ ਹੈ। ਉਹ ਏਦਾਂ ਹੀ ਆ ਵੀ ਜਿਹੜੀ ਗੱਲ ਰੂਹ ਤੋਂ ਆ ਰਹੀ, ਉਹ ਰੂਹ ਤੇ ਜਾ ਕੇ ਅਸਰ ਕਰੂਗੀ, ਜੋ ਦਿਮਾਗੀ ਪੱਧਰ ਤੋਂ ਜਾਂ ਬੌਧਿਕ ਤਲ ਤੋਂ ਆਊਗੀ ਤੁਹਾਡੇ, ਉਹ ਬੌਧਿਕ ਤਲ ਤੇ ਜਾ ਕੇ ਅਸਰ ਕਰੂਗੀ। ਅੱਛਾ, ਬਹੁਤ ਸੋਹਣੀ ਤੁਸੀਂ ਗੱਲ ਕੀਤੀ ਕਿ ਜਿਹੜੀ ਗੱਲ ਦਿਲੋਂ ਨਿਕਲਦੀ ਹੈ। ਅੱਛਾ, ਸੁਲਤਾਨ ਮੋਹ ਸਰਕਾਰ ਨੇ ਫਰਮਾਇਆ ਕਿ ਅਲਫ ਅੱਲਾ ਚੰਬੇ ਦੀ ਬੂਟੀ ਮੁਰਸ਼ਦ ਮਨ ਵਿੱਚ ਲਾਈ ਹੋ। ਇਹ ਜਿਹੜੀ ਬੂਟੀ ਸ਼ਾਇਰੀ ਤੁਹਾਡੇ 'ਚ ਲਾਈ ਏ, ਲੱਗੀ ਏ ਜਾਂ ਪੁੰਗਰੀ ਏ, ਜਿਹਦੀ ਖੁਸ਼ਬੂ ਚਾਰੋਂ ਪਾਸੇ ਵੀ, ਇਹ ਕਿਸੇ ਨੇ ਲਾਈ ਏ ਜਾਂ ਆਪ ਹੁਦਰੀ ਬੂਟੀ ਉੱਗ ਪਈ? ਤੁਸੀਂ ਆਪ ਮੁਹਾਰਿਓ ਕਹਿ ਸਕਦੇ ਹੋ ਇਹਨੂੰ, ਕਿਉਂਕਿ ਪੜ੍ਹਨ ਦਾ ਰੁਝਾਨ ਉਦੋਂ ਪਹਿਲਾਂ ਦਾ ਵੀ ਸੀਗਾ। ਪੜ੍ਹਨ ਦਾ ਰੁਝਾਨ ਪਹਿਲਾਂ, ਤੁਸੀਂ ਪੜ੍ਹਨ ਨੂੰ ਤੇ ਇੱਕ ਇਲਮ ਨੂੰ ਤੇ ਕਵਿਤਾ ਨੂੰ ਇੱਕੋ ਤਰਾਜੂ 'ਚ ਨਹੀਂ ਤੋਲ ਸਕਦੇ। ਤੁਸੀਂ ਇਹ ਨਹੀਂ ਕਹਿ ਸਕਦੇ, ਕਿਉਂਕਿ ਇਲਮ PhD ਕਾਫੀ ਲੋਕ ਕਰੀ ਫਿਰਦੇ ਨੇ, ਜਾਂ ਜਿਨ੍ਹਾਂ ਨੇ ਸਾਹਿਤ ਤੇ ਕਵਿਤਾ ਤੇ ਕਿਤਾਬਾਂ ਲਿਖੀਆਂ ਨੇ, ਪਰ ਉਹਨਾਂ ਕੋਲ ਕਵਿਤਾ ਨਹੀਂ ਹੁੰਦੀ ਹੈਗੀ। ਕਵਿਤਾ ਤੇ ਉਹਨਾਂ ਦੀਆਂ 10-10, 20-20 ਕਿਤਾਬਾਂ ਹੁੰਦੀਆਂ ਨੇ, ਪਰ ਕਵਿਤਾ ਨਹੀਂ ਹੁੰਦੀਆਂ ਉਹਨਾਂ ਕੋਲ। ਇਹ ਚੀਜ਼ ਕਵਿਤਾ ਦਾ ਕੋਈ ਲੈਣਾ ਦੇਣਾ ਹੀ ਹੈਗਾ ਇਲਮ ਨਾਲ। ਉਹ ਬਾਬਾ ਬੁੱਲੇ ਸ਼ਾਹ ਕਹਿੰਦੇ, ਇੱਕ ਅਲਫ ਪੜ੍ਹੋ ਛੁਟਕਾਰਾ ਹੈ। ਇੱਕ ਅਲਫ ਪੜ੍ਹੋ ਛੁਟਕਾਰਾ ਹੈ। ਹਾਂਜੀ ਹਾਂਜੀ, ਉੱਥੇ ਨਿਬੜ ਜਾਂਦੀ ਹੈ। ਵਾਹ ਵਾਹ। ਅਜੇ ਅਸੀਂ ਇਹ ਸਮਝਦੇ ਹਾਂ ਨਵਾਬ ਭਾਈ, ਤੁਸੀਂ ਸੂਫੀਆਂ ਦੀ ਗੱਲ ਕਰਦੇ ਹੋ, ਔਰ ਮੈਂ ਜ਼ਾਤੀ ਤੌਰ ਸਮਝਦਾ ਕਿ ਸੂਫੀ ਧਰਮ ਤੋਂ ਵੱਡਾ ਹੁੰਦਾ ਹੈ। ਸੂਫੀ ਹਰ ਧਰਮ 'ਚ ਹੋ ਸਕਦਾ ਹੈ, ਤੇ ਸੂਫੀ ਦੀ ਜਿਹੜੀ ਸੋਚ ਹੈ ਉਹ ਇਨਸਾਨਾਂ ਨੂੰ ਮੁਹੱਬਤ ਹੈ, ਇਨਸਾਨਾਂ ਦਾ ਪਿਆਰ ਹੈ। ਤੇ ਤੁਸੀਂ ਸੂਫੀਜ਼ਮ ਤੋਂ ਕੀ ਮੁਰਾਦ ਲੈਂਦੇ ਹੋ? ਤੁਹਾਡੇ ਜਿਹੜਾ ਅੰਦਰ ਇੱਕ ਰਚਿਆ ਵਸਿਆ ਹੈ ਕਿ ਤੁਹਾਡੀ ਸ਼ਾਇਰੀ ਨੂੰ ਦੋਸਤ ਕਹਿੰਦੇ ਨੇ ਕਿ ਇਹ ਸੂਫੀ ਸ਼ਾਇਰੀ ਹੈ ਜਾਂ ਰੂਹਾਨੀ ਅੰਗ ਵਿੱਚ ਜ਼ਿਆਦਾ ਹੈ। ਤੁਸੀਂ ਸੂਫੀਜ਼ਮ ਨੂੰ ਅਗਰ ਆਪਣੇ ਲਫ਼ਜ਼ਾਂ 'ਚ ਕਹੋ ਤਾਂ ਕੀ ਕਹੋਗੇ? ਸੂਫੀਜ਼ਮ ਨੂੰ ਤੁਸੀਂ, ਇੱਕ ਬਾਬਾ ਰੂਮੀ ਸਾਹਿਬ ਦਾ ਹੀ ਸ਼ਬਦ ਆ, ਉਹ ਕਹਿੰਦੇ ਕਿ ਦੀਵਾ ਵੱਖਰਾ ਹੋ ਸਕਦਾ ਹੈ, ਤੇਲ ਵੱਖਰਾ ਹੋ ਸਕਦਾ ਹੈ
ਬੱਤੀਆਂ ਵੀ ਵੱਖਰੀਆਂ ਹੋਣ ਪਰ ਨਿਕਲਣ ਵਾਲੀ ਰੌਸ਼ਨੀ ਜਮਾ ਇੱਕੋ। ਤੁਸੀਂ ਸਮੁੱਚ ਜਿੱਥੇ ਜਾ ਕੇ ਸਾਰੇ ਰੰਗ ਜਿੱਥੇ ਜਾ ਕੇ ਇਕੱਠੇ ਹੋ ਜਾਂਦੇ ਨੇ ਤੇ ਸਾਰੇ ਰੰਗਾਂ ਦਾ ਸਮੁੱਚ ਇੱਕ ਇੱਕ ਸਰਬੱਤ ਦਾ ਰੰਗ ਪੈਦਾ ਕਰਦਾ, ਉਹ ਨੂੰ ਤੁਸੀਂ ਤਸੱਵੁਫ ਕਹਿ ਸਕਦੇ ਹੋ। ਵਾਹ ਇੱਥੇ ਵਾਹ, ਸਾਰੇ ਰੰਗਾਂ ਦਾ ਸੁਮੇਲ ਹੋ ਕੇ ਇੱਕ ਨਵਾਂ ਰੰਗ ਪੈਦਾ ਹੁੰਦਾ। ਬਹੁਤ ਸੋਹਣੀ ਤੁਸੀਂ ਮਿਸਾਲ ਦਿੱਤੀ ਜੀ। ਔਰ ਅਸੀਂ ਦੋਵਾਂ ਹੀ ਜਿਹੜੇ ਕੀਮਤੀ ਗੱਲਾਂ ਔਰ ਪੰਜਾਬੀ ਦਾ ਰਲਮਾ ਮੰਚ ਜਿਹੜਾ ਹੈ, ਇਹ ਸਾਡੀ ਇੱਕ ਸਾਂਝ ਸੀ ਕਿ ਅਸੀਂ ਨਵੇਂ ਲੋਕ ਵੀ ਸੱਦੀਏ, ਨਵੀਂ ਨਸਲ ਨਾਲ ਜਿਹੜਾ ਤਾਲੁਕ ਰੱਖਦੇ ਨੇ ਸ਼ਾਇਰ, ਕਿਉਂਕਿ ਤੁਸੀਂ ਸਾਡੇ ਆਉਣ ਵਾਲਾ ਕੱਲ੍ਹ ਹੋ। ਔਰ ਸਾਡੀ ਜਿਹੜੀ ਸਾਰੀ ਖੁਸ਼ਬੂ ਹੈ ਤੁਹਾਡੇ 'ਚ ਆਉਂਦੀ ਹੈ, ਸਾਰੇ ਪੁਰਾਣੇ ਬੰਦਿਆਂ ਦੀ। ਤੇ ਤੁਸੀਂ ਜਵਾਨ ਬੰਦੇ ਹੋ ਔਰ ਤੁਹਾਡੀ ਸ਼ਾਇਰੀ ਵੀ ਜਵਾਨਾਂ 'ਚ ਮਕਬੂਲ ਹੈ। ਤੇ ਅਸੀਂ ਤੁਹਾਡੇ ਤੇ ਛੱਡ ਰਹੇ ਹਾਂ ਕਿ ਸਭ ਤੋਂ ਪਹਿਲਾਂ ਕਿਹੜੀ ਸ਼ੈ ਆਪਣੀ ਸਾਂਝੀ ਕਰੋ। ਲੋਕ ਤੇ ਬਹੁਤ ਕੁਝ ਸੁਣਨਾ ਚਾਹੁੰਦੇ ਨੇ, ਨਾਲ ਨਾਲ ਕਮੈਂਟ ਵੀ ਆ ਰਹੇ ਨੇ, ਤੇ ਕੋਈ ਚੀਜ਼ ਸਾਂਝੀ ਕਰੋ ਜਿੱਥੋਂ ਅਸੀਂ ਅੱਜ ਦੇ ਮੰਚ ਦਾ ਮੁੱਢ ਬੰਨੀਏ ਸ਼ਾਇਰੀ ਦਾ। ਹਾਂਜੀ ਹਾਂਜੀ, ਇੱਕ ਸ਼ੇਅਰ ਸੀਗਾ ਕਿ ਤੇਰੇ ਹਾਸੇ ਨੂੰ ਤੱਕ ਮਹਿਕਾਂ ਦੇ ਝੱਖੜ ਝੁੱਲ ਜਾਂਦੇ ਨੇ, ਤੇਰੇ ਹਾਸੇ ਨੂੰ ਤੱਕ ਮਹਿਕਾਂ ਦੇ ਝੱਖੜ ਝੁੱਲ ਜਾਂਦੇ ਨੇ, ਪਿਘਲ ਕੇ ਚੰਨ ਸੂਰਜ ਧਰਤੀ ਉੱਤੇ ਡੁੱਲ ਜਾਂਦੇ ਨੇ, ਕਿ ਤੇਰੇ ਖਾਬ ਮਾਤਰ ਨਾਲ ਪਾਉਣਾ ਮੌਨ ਹੋ ਜਾਵਣ, ਅੰਬਰ ਖਾਮੋਸ਼ ਰਹਿ ਜਾਂਦਾ ਹੈ, ਫਰਕ ਉਸ ਅੱਖ ਵਿੱਚ ਹੋਣਾ ਹੈ ਤੇਰੇ ਦੀਦਾਰ ਪਿੱਛੋਂ ਵੀ ਕਿ ਜਿਸ ਨੂੰ ਹੋਸ਼ ਰਹਿ ਜਾਂਦਾ, ਫਰਕ ਉਸ ਅੱਖ ਵਿੱਚ ਹੋਣਾ ਹੈ ਤੇਰੇ ਦੀਦਾਰ ਪਿੱਛੋਂ ਵੀ ਕਿ ਜਿਸ ਨੂੰ ਹੋਸ਼ ਰਹਿ ਜਾਂਦਾ। ਵਾਹ ਵਾਹ ਵਾਹ। ਅੱਛਾ, ਇਹ ਤੁਸੀਂ ਕਾਲਜ ਦੇ ਦਿਨਾਂ 'ਚ ਹੀ ਉੱਥੇ ਪਤਾ ਲੱਗ ਗਿਆ ਸੀ ਕਿ ਨਵਾਬ ਖਾਂ ਸ਼ਾਇਰ ਹੈ, ਤੇ ਬੰਦੇ ਨੂੰ ਪੜਿਆ ਤੁਸੀਂ ਇਹ ਕਹਿ ਸਕਦੇ ਹੋ। ਹਾਂਜੀ, ਉਦੋਂ ਤੁਸੀਂ ਤੁਕਬੰਦੀ ਕਹਿ ਸਕਦੇ ਹੋ, ਇੱਕ ਨੀਂਹ ਬਣਨੀ ਸ਼ੁਰੂ ਹੁੰਦੀ ਆ ਉਦੋਂ। ਜਦੋਂ ਤੁਸੀਂ ਬਜ਼ੁਰਗਾਂ ਨੂੰ ਪੜ੍ਹਦੇ ਹੋ ਜਾਂ ਵੱਡੀ ਕਾਵਿਧਾਰਾ ਚੋਂ ਵਿਚਰਦੇ ਹੋ, ਤਾਂ ਉਹ ਖਿਆਲ ਉਹਨਾਂ ਦੀ ਰੰਗਤ ਤੁਹਾਡੇ ਅੰਦਰ ਢਲ ਕੇ ਆ ਜਾਂਦੀ ਹੈ ਕਿਵੇਂ ਨਾ ਕਿਵੇਂ। ਉਹੀ ਰੰਗਾਂ ਦਾ ਸਮੁੱਚਾ ਇੱਕ ਤੁਹਾਡਾ ਅਲੱਗਾ ਰੰਗ ਪੈਦਾ ਕਰਦਾ, ਜਾਂ ਤੁਹਾਡਾ ਇੱਕ ਝੁਕਾਅ ਹੁੰਦਾ ਵੀ ਤੁਹਾਡਾ ਇੱਕ ਵਿਸ਼ਾ, ਮੇਰਾ ਸੂਫੀਜ਼ਮ ਵੱਲ ਜ਼ਿਆਦਾ ਝੁਕਾਅ ਸੀਗਾ, ਉਹੀ ਹੁੰਦਾ ਵੀ ਤੁਹਾਡਾ ਇੱਕ ਧਾਰਨਾ ਬਣਨ ਤੇ ਜਾਂ ਜਿਹੜਾ ਤੁਹਾਡਾ ਸ਼ੈਲੀ ਬਣਨ ਤੇ ਉਹ ਚੀਜ਼ ਦਾ ਜ਼ਿਆਦਾ ਯੋਗਦਾਨ। ਦਵਿੰਦਰ ਜਸਾਲ ਹਰੀ, ਜਵੇਦ ਇਕਬਾਲ ਕਾਸ਼ਫ, ਅਜੀਤ ਸਿੰਘ, ਵਹੀਦ ਅਸਗਰ ਸਾਹੀ ਔਰ ਨਕਸ਼ ਵਰਿਆਨਵੀ, ਅਵਤਾਰ ਸਿੰਘ ਸੋਈਆਂ, ਇਹ ਸਾਰੇ ਦੋਸਤ ਤੁਹਾਨੂੰ ਸਲਾਮ ਕਹਿ ਰਹੇ ਨੇ, ਧੰਨਵਾਦ ਕਹਿ ਰਹੇ ਨੇ, ਔਰ ਤੁਹਾਨੂੰ ਸੁਣ ਕੇ ਖੁਸ਼ ਹੋ ਰਹੇ ਨੇ। ਅਸੀਂ ਇਹ ਨਾਲ ਨਾਲ ਉਹਦੇ ਨਾਲ ਲਈ ਜਾਂਦੇ ਹਾਂ ਤਾਂ ਕਿ ਵੈਸੇ ਤਾਂ ਤੁਸੀਂ ਜਦੋਂ ਇਹ ਪ੍ਰੋਗਰਾਮ ਖਤਮ ਹੋਏਗਾ ਤੇ ਇਹ ਸਾਰੇ ਵਿਚਾਰ ਤੁਸੀਂ ਵੇਖ ਸਕੋਗੇ, ਕਮੈਂਟ ਔਰ ਉਹਨਾਂ ਦੇ ਜਵਾਬ ਵੀ, ਮੁਹੱਬਤਾਂ ਤੁਸੀਂ ਇਕੱਠੀਆਂ ਕਰੋਗੇ। ਲੇਕਿਨ ਨਾਲ ਨਾਲ ਜਿਹੜੇ ਦੋਸਤ ਨਜ਼ਰ ਆ ਰਹੇ ਨੇ, ਕਿਉਂਕਿ ਇਹਨਾਂ ਦੀ ਵਜ੍ਹਾ ਤੋਂ ਹੀ ਅਸੀਂ ਪੂਰੀ ਦੁਨੀਆ 'ਚੋਂ ਲੱਭ ਕੇ ਪੰਜਾਬੀ ਸ਼ਾਇਰ, ਸੋਜਵਾਨ, ਲਿਖਾਰੀ, ਚਿੱਤਰਕਾਰ ਲਿਆਉਂਦੇ ਹਾਂ ਤਾਂ ਕਿ ਇਹਨਾਂ ਲੋਕਾਂ ਨਾਲ ਮਿਲਾਈਏ। ਔਰ ਅੱਜ ਨਵਾਬ ਖਾਂ ਸਾਡੇ ਨਾਲ ਮੌਜੂਦ ਨੇ। ਬੜਾ ਸੋਹਣੀ ਤੁਸੀਂ ਗੱਲ ਕੀਤੀ ਕਿ ਜਦੋਂ ਬੰਦੇ ਨੂੰ ਕਾਲਜ ਦੇ ਦਿਨਾਂ 'ਚ ਹੀ ਆਲੇ ਦੁਆਲੇ ਸ਼ਨਾਖਤ ਮਿਲਣੀ ਸ਼ੁਰੂ ਹੋ ਜਾਏ ਤੇ ਉਹਦੇ ਵਿਚਾਰ ਹੋਰ ਹੁੰਦੇ ਨੇ, ਉਹਦੇ 'ਚ ਹੌਸਲਾ ਹੁੰਦਾ ਹੈ। ਅੱਛਾ, ਮੁਆਸ਼ਰੇ 'ਚ ਕਹਿੰਦੇ ਨੇ ਕਿ ਸ਼ਾਇਰ ਦੀ ਜਿਹੜੀ ਇੱਜ਼ਤ ਹੋਣੀ ਚਾਹੀਦੀ ਉਹ ਨਹੀਂ ਹੈਗੀ, ਤੇ ਤੁਹਾਨੂੰ ਵੀ ਕੋਈ ਗਿਲਾ, ਕੋਈ ਸ਼ਿਕਵਾ ਹੈ ਮੁਆਸ਼ਰੇ ਨਾਲ ਕਿ ਲਿਖਾਰੀ ਜਾਂ ਸ਼ਾਇਰ ਦੀ ਜਿਹੜੀ ਰਿਸਪੈਕਟ ਹੈ ਜਾਂ ਜਿਹੜਾ ਉਹਨੂੰ ਥਾਂ ਦਿੱਤੀ ਜਾਂਦੀ ਹੈ ਉਹ ਠੀਕ ਹੈ, ਮਾਣਯੋਗ ਹੈ, ਕਿ ਉਹਦੇ 'ਚ ਕੋਈ ਵਾਧਾ ਹੋਣਾ ਚਾਹੀਦਾ? ਹਾਂਜੀ ਹਾਂਜੀ, ਇਹਦਾ ਤੁਸੀਂ ਇਹ ਵੀ ਲੈ ਸਕਦੇ ਹੋ, ਕਿਉਂਕਿ ਤੁਸੀਂ ਇੱਕ ਕਾਰਜ ਨੂੰ ਇੱਕ ਸੇਵਾ ਮਾਂਗ ਜੇ ਲੈ ਕੇ ਚੱਲਦੇ ਹੋ, ਫਿਰ ਇਹ ਚੀਜ਼ਾਂ ਤੁਹਾਨੂੰ ਪ੍ਰਭਾਵਿਤ ਨਹੀਂ ਕਰਦੀਆਂ। ਫਿਰ ਤਾਂ ਤੁਸੀਂ ਇੱਕ ਕੁਝ ਅਰਪਣ ਕਰ ਰਹੇ ਹੋ, ਤੁਸੀਂ ਉਹਦੀ ਫੀਡਬੈਕ ਨਹੀਂ ਨਾ ਉਹਦਾ ਮੰਗੋ ਨਾ ਕੁਝ ਵੀ, ਬਸ ਤੁਸੀਂ ਭੇਂਟ ਕਰ ਰਹੇ ਹੋ। ਇਹ ਹੁੰਦਾ ਵੀ ਤੁਸੀਂ ਉਹਦਾ ਕੋਈ ਬਹੁਤਾ ਆਸ਼ਾ ਵੀ ਨਾ ਰੱਖੋ, ਬਸ ਤੁਸੀਂ ਇੱਕ ਸੇਵਾ ਮੰਗ ਲੈ ਕੇ ਚੱਲੀ ਜਾਓ। ਕਾਰਜ ਜੋ ਵੀ ਕਰ ਰਹੇ ਹੋ, ਲਿਖਣ ਦਾ ਹੋ ਗਿਆ ਜਾਂ ਪੜ੍ਹਨ ਦਾ, ਕਿਸੇ ਵੀ ਖੇਤਰ ਵਿੱਚ, ਬੇਸ਼ੱਕ ਸ਼ਾਇਰੀ ਦਾ ਹੀ ਲੈ ਲਓ ਤੁਸੀਂ, ਕਿਉਂਕਿ ਤੁਸੀਂ ਅਰਪਿਤ ਕਰ ਰਹੇ ਹੋ ਉਹਨਾਂ ਨੂੰ ਬਸ। ਵਾਹ ਵਾਹ ਵਾਹ, ਮਤਲਬ ਇਹ ਬਹੁਤ ਸੋਹਣੀ ਤੁਸੀਂ ਗੱਲ ਕੀਤੀ ਹੈ, ਇਹ ਫਕੀਰਾਂ ਸੂਫੀਆਂ ਦੀ ਗੱਲ ਕਿ ਸਿਲੇ ਦੀ ਤਮਾ ਤੋਂ ਬਗੈਰ ਆਪਣਾ ਕੰਮ ਕਰੀ ਜਾਓ। ਬਾਬਾ ਬੁੱਲੇ ਸ਼ਾਹ ਕਹਿੰਦੇ ਨੇ ਕਿ ਆਸ਼ਕ ਹੋਇਓ ਰੱਬ ਦਾ ਹੋਈ ਮਲਾਮ ਤਲਾਕ, ਤੈਨੂੰ ਕਾਫਰ ਕਾਫਰ ਆਖਦੇ ਤੂੰ ਆਹੋ ਆਹੋ ਆਖ। ਉੱਥੇ ਤੱਕ ਇਹ ਹੋ ਜਾਂਦਾ। ਮਤਲਬ ਸੂਫੀਆਂ ਨੂੰ ਪਤਾ ਵੀ ਹੁੰਦਾ ਉਹਦਾ ਰਿਜ਼ਲਟ ਕੀ ਮਿਲਣਾ ਹੈ। ਤੇ ਬਾਬਾ ਜੀ ਰੂਮੀ ਕਹਿੰਦੇ ਨੇ ਕਿ ਮੈਨੂੰ ਵੀ ਮਾਲਕ ਨੂੰ ਰਾਜ਼ੀ ਕਰਨ ਦਾ ਉਹ ਤਰੀਕਾ ਲੱਭ ਗਿਆ ਜਿਹੜਾ ਖੁਦ ਉਹਨੂੰ ਸਭ ਤੋਂ ਜ਼ਿਆਦਾ ਪਸੰਦ ਹੈ, ਉਹਦੀ ਮਖਲੂਕ ਨਾਲ ਮੁਹੱਬਤ ਹੈ। ਔਰ ਤੁਹਾਡੀ ਸ਼ਾਇਰੀ ਚੋਂ ਵੀ ਤੁਹਾਡੀ ਜਿਹੜੇ ਤੁਸੀਂ ਸਾਰੇ ਵਰਤਦੇ ਹੋ, ਜਿਹੜੇ ਤੁਹਾਡੇ ਖਿਆਲ ਨੇ, ਉਹਨਾਂ 'ਚ ਬੰਦਿਆਂ ਦੀ ਮੁਹੱਬਤ ਦੀ ਖੁਸ਼ਬੂ ਆਉਂਦੀ ਹੈ। ਤੇ ਇਹਦਾ ਮੁੱਢ ਕਿੱਥੋਂ ਬਣਿਆ ਕਿ ਜਿਹੜਾ ਲੋਕਾਂ ਦਾ ਤੁਹਾਡਾ ਪਿਆਰ ਹੈ, ਇਹਦੀ ਖੁਸ਼ਬੂ ਜਾਂ ਇਹਦਾ ਮੁੱਢ ਤੁਹਾਡੇ ਬਜ਼ੁਰਗਾਂ ਤੋਂ ਬਣਿਆ, ਆਲੇ ਦੁਆਲੇ ਤੋਂ, ਕਿਸੇ ਉਸਤਾਦ ਤੋਂ, ਜਾਂ ਤੁਹਾਡੇ ਤਬੀਅਤ 'ਚ ਮੋਹ ਸੀ ਪਹਿਲਾਂ ਤੋਂ ਹੀ? ਇਹ ਹੁੰਦਾ ਜੀ ਕਵਿਤਾ ਦਾ, ਜੇ ਤੁਸੀਂ
ਉਹ ਕਰਦੇ ਹੋ, ਇਹ ਬੀਜ ਤੁਹਾਡੇ ਅੰਦਰ ਹੀ ਹੁੰਦਾ, ਜੋ ਸਮਾਂ ਆਉਣ ਤੇ ਹੌਲੀ ਹੌਲੀ ਪੁੰਗਰਨਾ ਸ਼ੁਰੂ ਹੋ ਜਾਂਦਾ। ਜੀ। ਅੱਛਾ ਹਾਂਜੀ, ਤੇ ਜਦੋਂ ਤੁਸੀਂ ਲੋਕਾਂ ਦੇ ਹਾਣ ਦੀ ਗੱਲ ਕਰਦੇ ਹੋ ਜਾਂ ਉਹਨਾਂ ਦੇ ਮੇਚ ਦੀ ਗੱਲ ਕਰਦੇ ਹੋ, ਉਹਨਾਂ ਦੇ ਪੱਧਰ ਤੇ ਜਾ ਕੇ ਗੱਲ ਕਰਦੇ ਹੋ, ਤਾਂ ਲਾਜ਼ਮੀ ਹੋ ਕਿ ਅਸਰ ਉੱਥੇ ਜਾ ਕੇ ਕਰੂਗੀ। ਉਹੀ ਜਿਵੇਂ ਪਹਿਲਾਂ ਗੱਲ ਹੋਈ ਵੀ ਜਿਹੜੇ ਪੱਧਰ ਤੋਂ ਗੱਲ ਆਊਗੀ ਉੱਥੇ ਜਾ ਕੇ ਅਸਰ ਕਰੂਗੀ। ਜੇ ਦਿਮਾਗੀ ਪੱਧਰ ਤੋਂ ਆ ਰਹੀ ਹੈ ਤਾਂ ਉੱਥੇ, ਜੇ ਰੂਹ ਦੀਆਂ ਗਹਿਰਾਈਆਂ ਤੋਂ ਆ ਰਹੀ ਹੈ ਤਾਂ ਉੱਥੇ। ਬਿਲਕੁਲ ਸਹੀ। ਇਹ ਤੁਸੀਂ ਜ਼ਿਆਦਾ ਕੀ ਲਿਖਦੇ ਹੋ? ਜਿਹੜਾ ਤੁਹਾਡਾ ਰੁਝਾਨ ਹੈ ਉਹ ਜ਼ਿਆਦਾਤਰ ਲਿਖਣ ਲਈ ਕੀ ਤੁਸੀਂ ਤੁਹਾਨੂੰ ਪਸੰਦ ਹੈ, ਕਿ ਕਿਹਦਾ ਹੀ ਤੁਹਾਨੂੰ ਲੱਗਦਾ ਤੁਹਾਡੇ ਦਿਲ ਦੀ ਗੱਲ ਖੁੱਲੀ ਹੋ ਸਕਦੀ? ਹਾਂਜੀ, ਜ਼ਿਆਦਾ ਮੇਰਾ ਤਸੱਵੁਫ ਵੱਲ ਜ਼ਿਆਦਾ ਹੁੰਦਾ, ਸੂਫੀਜ਼ਮ ਵੱਲ ਜ਼ਿਆਦਾ ਝੁਕਾਅ ਰਹਿੰਦਾ। ਕੁਝ ਗਜ਼ਲ ਵੀ ਲਿਖਦੇ ਹੋ? ਗਜ਼ਲ ਵੀ? ਨਹੀਂ, ਕਵਿਤਾ ਤੇ ਗੀਤ ਵੱਲ ਜ਼ਿਆਦਾ। ਅੱਛਾ, ਗੀਤ ਵੀ ਲਿਖਦੇ ਹੋ? ਤੇ ਮੈਨੂੰ ਲੱਗਦਾ ਹੁੰਦਾ ਵੀ ਤੁਹਾਨੂੰ ਜਿਹੜੀ ਇੱਕ ਵਿਧਾ ਹੈ ਉਹ ਖੁਦ ਚੁਣਦੀ ਆ, ਤੁਸੀਂ ਵਿਧਾ ਨੂੰ ਨਹੀਂ ਚੁਣਦੇ ਹੈਗੇ। ਬੇਸ਼ੱਕ ਤੁਹਾਨੂੰ ਕਵਿਤਾ ਚੁਣ ਲਵੇ ਜਾਂ ਗਜ਼ਲ ਚੁਣ। ਜੇ ਤੁਸੀਂ ਲਿਖਣਾ ਵੀ ਚਾਹੋਗੇ ਹੋਰ ਕੁਝ, ਤਾਂ ਉਨੀ ਪਰਪੱਕਤਾ ਨਾਲ ਜਾਂ ਸਰਮੌਰਤਾ ਨਾਲ ਨਹੀਂ ਲਿਖਿਆ ਜਾਣਾ ਹੈਗਾ, ਜਿਹੜਾ ਕੁਦਰਤ ਖੁਦ ਲਿਖਾ ਰਹੀ ਹੈ। ਕਿਆ ਬਾਤ, ਬੜਾ ਸੋਹਣਾ ਤੁਸੀਂ ਤੁਹਾਡੇ ਵਿਚਾਰ ਨੇ, ਕਿਉਂਕਿ ਲੋਕ ਸਮਝਦੇ ਨੇ ਕਿ ਅਸੀਂ ਜੋ ਚਾਹੀਏ ਲਿਖ ਸਕਦੇ ਹਾਂ। ਇਸ ਤਰ੍ਹਾਂ ਦੇ ਲੋਕ ਵੀ ਹੈ ਨੇ ਜਿਹੜੇ ਇੱਕ ਜ਼ੁਬਾਨ ਜਾਂ ਮਜ਼ਮੂਨ ਪੜ੍ਹ ਲੈਂਦੇ ਨੇ ਤੇ ਫਿਰ ਉਹ ਬਹੁਤ ਸਾਰੀਆਂ ਚੀਜ਼ਾਂ ਅਗਰ ਰੱਖ ਕੇ ਇੱਕ ਮੁਰੱਬਾ ਬਣਾ ਲੈਂਦੇ ਨੇ। ਲੇਕਿਨ ਇਹ ਤੁਸੀਂ ਬਹੁਤ ਪਿਆਰੀ ਗੱਲ ਕੀਤੀ ਕਿ ਇਹ ਜਿਹੜੀ ਤੁਸੀਂ ਕਵਿਤਾ ਹੈ ਉਹ ਬੰਦੇ ਨੂੰ ਚੁਣਦੀ ਹੈ, ਜਾਂ ਜਿਹੜੀ ਸਿਨਫ ਹੈ ਉਹ ਚੁਣਦੀ ਕਿ ਉਹਨੇ ਕਿਹਦੇ 'ਚ ਗੱਲ ਕਰਨੀ। ਤੇ ਕੋਈ ਗੀਤ ਆਪਣਾ ਸਾਂਝਾ ਕਰੋ ਕੋਈ। ਹਾਂਜੀ, ਇੱਕ ਸੀਗਾ ਕਿ ਝੰਗ ਦੀਆਂ ਰਾਹਾਂ ਜਿਹੀ ਤੇਰੀ ਹੈ ਤਸੀਰ ਜਮਾਂ, ਚਾਕ ਤਾਂ ਨਹੀਂ ਜੋਗੀਆਂ ਦੇ ਦਰਦ। ਝੰਗ ਦੀਆਂ ਰਾਹਾਂ ਜਿਹੀ ਤੇਰੀ ਹੈ ਤਸੀਰ ਜਮਾਂ, ਚਾਕ ਤਾਂ ਨਹੀਂ ਜੋਗੀਆਂ ਦੇ ਦਰਦ। ਆਹਾ। ਰਾਵੀ ਦੀਆਂ ਪਾਣੀਆਂ 'ਚ ਪੈਰ ਜਦੋਂ ਰੱਖਦੀਆਂ ਤੱਕਾਂ, ਪਰਛਾਵਾਂ ਤੇਰਾ ਦਰਦ। ਵਾਹ ਵਾਹ ਵਾਹ। ਝਨਾਂ ਦਿਆਂ ਨੀਰਾਂ ਜਿਹਾ ਮੱਥੇ ਤੇ ਜਲੌ ਹੈ ਤੇਰੇ, ਕੇਸ ਤੇਰੇ ਲੰਮੜੇ ਵਿਆਸ ਤੋਂ। ਵਾਹ। ਸਾਡੀਆਂ ਤਾਂ ਅਕਲਾਂ ਦੀ ਹੱਦ ਬੜੀ ਛੋਟੀ ਚੰਨਾ, ਤੂੰ ਤਾਂ ਪਰੇ ਸੋਚਦਾ ਆਕਾਸ਼ ਤੋਂ। ਵਾਹ। ਚਿੱਤ ਕਰੇ ਉੱਚੀ ਦੇਣੇ ਤਾਰਿਆਂ ਤੋਂ ਪੁੱਛ ਲਵਾਂ, ਹਾਕ ਮਾਰ ਪਤਾ ਤੇਰੇ ਘਰ ਦਾ। ਵਾਹ। ਰਾਵੀ ਦੀਆਂ ਪਾਣੀਆਂ 'ਚ ਪੈਰ ਜਦੋਂ ਰੱਖਦੀਆਂ ਤੱਕਾਂ, ਪਰਛਾਵਾਂ ਤੇਰਾ ਦਰਦ। ਵਾਹ ਵਾਹ। ਜਸਕਰਨ ਸਿੰਘ ਵੀ ਕਹਿ ਰਹੇ ਨੇ ਕਿ ਬਹੁਤ ਖੂਬ ਨਵਾਬ ਸਾਹਿਬ, ਔਰ ਹਰਿੰਦਰ ਜਾਨ ਵੀ, ਔਰ ਰੇਨੂ ਨਈਅਰ ਨੇ ਕਿਹਾ, ਰੇਨੂ ਨਈਅਰ ਜੀ ਨੇ ਕਿਹਾ ਕਿ ਬਿਲਕੁਲ ਸਹੀ ਕਿਹਾ ਨਵਾਬ ਹੋਰਾਂ ਨੇ ਕਿ ਆਪ ਹੀ ਚੁਣਦੀ ਹੈ ਲਿਖਣ ਵਾਲਿਆਂ ਨੂੰ ਨਾ ਜੀ, ਉਹ ਜਿਹੜੀ ਲਿਖਤ ਹੈ ਕਿ ਉਹਨੇ ਕਿਹਨੂੰ ਚੁਣਨਾ ਹੈ। ਅੱਛਾ, ਇਹ ਤੁਸੀਂ ਤੇ ਤੁਸੀਂ ਜਿਹੜਾ ਹੁਣ ਕੰਮ ਕਰ ਰਹੇ ਹੋ ਸਾਰਾ, ਇਹਦੇ 'ਚ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਤੁਹਾਡੇ ਵਿਚਾਰ ਨੇ ਉਹ ਪੂਰੀ ਤਰ੍ਹਾਂ ਸਮੋਏ ਜਾ ਰਹੇ ਨੇ, ਤੁਹਾਡਾ ਮਕਸਦ ਹੱਲ ਹੋ ਰਿਹਾ ਹੈ, ਕਿ ਹੋਰ ਵੀ ਕੋਈ ਰਹਿੰਦੀ ਹੈ ਤਲਾਸ਼ ਪੜ੍ਹਨ ਦੀ, ਕਿ ਤੁਸੀਂ ਮੈਂ ਹੋਰ ਪੜ੍ਹਾਂ, ਹੋਰ ਚੀਜ਼ਾਂ ਐਕਸਪਲੋਰ ਕਰਾਂ, ਕਿ ਜਿਵੇਂ ਸ਼ਾਇਦ ਪੜ੍ਹਨ ਅੰਦਰੋਂ ਹੀ ਫੁੱਟਦੇ ਨੇ? ਤੁਸੀਂ ਕੀ ਕਹਿੰਦੇ ਹੋ, ਪੜ੍ਹਨਾ ਜ਼ਰੂਰੀ ਇਹਦੇ ਲਈ ਜਾਂ ਅੰਦਰੋਂ ਹੀ ਵਿਚਾਰ ਫੁੱਟ ਪੈਂਦੇ ਨੇ? ਹਾਂਜੀ, ਕਵਿਤਾ ਦਾ ਆਉਣਾ ਤੇ ਤੁਸੀਂ ਇਹ ਕਹਿ ਸਕਦੇ ਹੋ ਤੁਹਾਡੀ ਹੋਰ ਉਹ 'ਚ ਜਿਵੇਂ ਖਿਆਲਾਂ ਦੀ ਵਿਸ਼ਾਲਤਾ 'ਚ ਵਾਧਾ ਕਰ ਸਕਦਾ, ਪਰ ਇਹ ਨਹੀਂ ਹੈਗਾ ਵੀ ਤੁਹਾਨੂੰ ਇੱਕ ਇਲਮ ਜਿਹੜਾ ਤੁਹਾਨੂੰ ਕਵੀ ਬਣਾ ਦੇਵੇ। ਕਵੀ ਤੁਸੀਂ ਪਹਿਲਾਂ ਹੀ ਹੁੰਦੇ ਹੋ, ਪਰ ਪੋਲਿਸ਼ ਕਰ ਸਕਦੇ ਹੋ, ਹੋਰ ਨਿਖਾਰ ਸਕਦੇ ਹੋ ਪੜ੍ਹ ਕੇ ਉਹ ਚੀਜ਼। ਵਾਹ ਵਾਹ ਵਾਹ। ਤੁਸੀਂ ਖੁਦ ਹੀ ਬਣ ਕੇ ਆਉਂਦੇ ਜੇ ਹੈਗੇ ਹੋ, ਜੇ ਤੁਸੀਂ ਹੈਗੇ ਹੋ ਤਾਂ ਹੈਗੇ ਹੋ, ਜੇ ਨਹੀਂ ਤਾਂ ਨਹੀਂ। ਇਹਨੂੰ ਤੁਸੀਂ ਹੈਗੇ ਵੀ ਉਹ ਤਾਂ ਪੜ੍ਹਨ ਦੀ ਲੋੜ ਪੈਂਦੀ ਨਹੀਂ, ਕਿ ਹੋਰ ਚੀਜ਼ਾਂ ਪੜ੍ਹੀਏ, ਹੋਰ ਐਕਸਪੋਜ਼ਰ ਹੋਵੇ। ਬੇਸ਼ੱਕ, ਕਿਉਂਕਿ ਜੇ ਤੁਸੀਂ ਉਹਨੂੰ ਵਿਸ਼ਵ ਦੇ ਵੱਡੇ ਸਾਹਿਤ ਚੋਂ ਜਾਂ ਆਪਣੇ ਖਿੱਤੇ ਦੇ ਵੱਡੇ ਸਾਹਿਤ ਜਦੋਂ ਗੁਜ਼ਰਦੇ ਹੋ ਨਾ, ਉਹ ਖਿਆਲ ਤੁਹਾਡੇ ਅੰਦਰ ਆਉਂਦੇ ਨੇਗੇ। ਜ਼ਰੂਰੀ ਹੈ, ਕਿਉਂਕਿ ਤਰਾਸ਼ਣ ਲਈ ਜ਼ਰੂਰੀ ਹੈ ਇੱਕ ਕਲਾ ਨੂੰ। ਜੇ ਤੁਸੀਂ ਖੜ ਜਾਓਗੇ, ਇੱਕ ਭਾਸ਼ਾ ਦਾ ਇੱਕ ਵੱਡਾ ਵਹਾਅ ਹੈ, ਭਾਸ਼ਾ ਦੀ ਇੱਕ ਵੱਡਾ ਸਾਗਰ ਆ, ਉਹਦੇ ਸਾਗਰ 'ਚ ਜੇ ਉਤਰੋਗੇ ਤਾਂ ਹੀ ਤੁਸੀਂ ਗਹਿਰਾਈਆਂ ਨਾਪ ਸਕਦੇ ਹੋ ਉਹਦੀਆਂ ਕਿੰਨੀਆਂ। ਵਾਹ। ਅੱਛਾ, ਤੁਹਾਨੂੰ ਤਰਾਸ਼ਣ 'ਚ ਜ਼ਰੂਰ ਲਾਹੇਵੰਦ ਹੈ। ਅੱਛਾ, ਜਿਹੜੇ ਤੁਸੀਂ ਸ਼ਾਇਰ ਪੜ੍ਹੇ, ਸੂਫੀ ਸ਼ਾਇਰ ਖਾਸ ਤੌਰ ਤੇ, ਕਿਹੜਾ ਐਸਾ ਸ਼ਾਇਰ ਹੈ ਜਿਹਨੇ ਤੁਹਾਨੂੰ ਬਹੁਤ ਮੁਤਾਸਰ ਕੀਤਾ, ਤੁਹਾਨੂੰ ਲੱਗਾ ਕਿ ਇਹਨਾਂ ਦਾ ਰੰਗ ਮੈਨੂੰ ਆਪਣੇ ਆਪ 'ਚ ਨਜ਼ਰ ਆਉਂਦਾ ਹੈ, ਜਾਂ ਜਿਨ੍ਹਾਂ ਦੀ ਹਰ ਗੱਲ ਹੀ ਤੁਹਾਨੂੰ ਲੱਗਾ ਕਿ ਮੇਰੇ ਵਾਸਤੇ ਹੀ? ਹਾਂਜੀ, ਤੁਸੀਂ ਬਾਬਾ ਸ਼ੇਖ ਫਰੀਦ ਜੀ ਤੋਂ ਮੇਰਾ ਸ਼ੁਰੂ ਹੋਇਆ ਸੀ ਸਾਹਿਤ ਨਾਲ ਜੁੜਨ ਦਾ ਸਬੱਬ, ਉਹਨਾਂ ਤੋਂ। ਅੱਛਾ ਜੀ। ਕਿਉਂਕਿ ਪੰਜਾਬ ਦੇ ਮੋਢੀ ਸ਼ਾਇਰ ਵੀ ਕਹਿ ਸਕਦੇ ਹਾਂ, ਕਹਿੰਦੇ ਆਪਾਂ, ਉਹਨਾਂ ਤੋਂ ਇਹ ਸਬੱਬ ਬਣਿਆ ਸੀਗਾ ਸਾਹਿਤ ਨੂੰ ਜੁੜਨ ਦਾ। ਝੁਕਾਅ ਵੀ ਸੂਫੀਜ਼ਮ ਵੱਲ ਤੋਂ, ਕਿਉਂਕਿ ਪਹਿਲਾ ਜਿਹੜਾ ਪ੍ਰਭਾਵ ਹੁੰਦਾ ਉਹਨੂੰ ਤੁਸੀਂ ਆਖਰੀ ਮੰਨਦੇ ਹੋ, ਪਹਿਲਾ ਪ੍ਰਭਾਵ ਬਾਬਾ ਸ਼ੇਖ ਫਰੀਦ ਜੀ ਦਾ ਹੀ ਹੈ। ਕਿਉਂਕਿ ਸੂਫੀਜ਼ਮ ਦੀ ਅਸਲ ਜਿਹੜਾ ਸਮੁੱਚਾ, ਤੁਸੀਂ ਉਹਨਾਂ ਦੇ ਅਨੁਸਾਰ ਦੇਖ ਸਕਦੇ ਹੋ, ਸਾਰੀ ਧਾਰਾ ਹੀ ਉਹਨਾਂ 'ਚ ਇਕੱਠੀ ਹੋ ਜਾਂਦੀ ਆ ਕੇ ਉੱਥੇ। ਵਾਹ 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 ਵਾਹ।
ਕੋਈ ਹੋਰ ਚੀਜ਼ ਆਪਣੀ ਸਾਂਝੀ ਕਰੋ ਜੀ, ਕੋਈ ਨਾਲ ਨਾਲ ਅਸੀਂ ਉਹ ਗੱਲਬਾਤ ਵੀ ਹੁੰਦੀ ਰਵੇ, ਤੇ ਜਿਹੜੇ ਸ਼ਾਇਰੀ ਸੁਣਨ ਲਈ ਇੰਤਜ਼ਾਰ ਕਰ ਰਹੇ ਨੇ ਬੇਲੀ, ਉਹ ਵੀ ਨਾਲ ਨਾਲ ਉਹਨਾਂ ਦਾ ਵੀ ਜ਼ਰੂਰ ਜੀ ਜ਼ਰੂਰ। ਮਨ ਜਿਹੜਾ ਨਾ ਉਹ ਪਰਚਾਈ ਰੱਖੀਏ। ਹਾਂਜੀ ਹਾਂਜੀ, ਇੱਕ ਸੀਗਾ ਕਿ ਤਰਕਾਂ ਤੇ ਸੀਗਾ ਕਿ ਕਦੋਂ ਤਰਕਾਂ ਨੇ ਨਾਪੀ ਪੈਗੰਬਰਾਂ ਦੀ ਵਾਰ। ਉਹ ਸੀਗਾ ਕਿ ਕਿਵੇਂ ਸੁੰਨ ਤੇ ਸਮਾਧੀਆਂ ਚ ਗੂੰਜਦੇ ਨੇ ਸਾਜ਼, ਕਿਵੇਂ ਅੰਤ ਹੀ ਹਕੀਕਤਾਂ ਚ ਹੁੰਦੇ ਨੇ ਆਗਾਜ਼, ਵਾਹ ਕਿਹੇ ਹੁਮਾਂ ਕੋਲ ਕੌਤਕ ਕੇ ਬਖਸ਼ਦਾ ਤਾਜ, ਕਿਵੇਂ ਪਲਕਾਂ ਦੇ ਫੋਰ ਹੁੰਦੇ ਸਫਰੇ ਮਿਰਾਜ਼, ਦਾਮਾ ਕਲਾਂ ਨੇ ਤੋੜੇ ਤੇਰੀ ਰਮਜ਼ ਵਿਰਾਟ, ਕਦੋਂ ਤਰਕਾਂ ਨੇ ਨਾਪੀ ਪੈਗੰਬਰਾਂ ਦੀ ਵਾਟ, ਵਾਹ ਵਾਹ। ਕਿਵੇਂ ਯੂਸਫ ਨੇ ਤੱਕ ਲੈ ਹਕੀਕਤੀ ਖ਼ਵਾਬ, ਕਿਵੇਂ ਕੋਹੇ ਤੂਰ ਉੱਤੇ ਕੋਈ ਲਿਸ਼ਕੀ ਸੀ ਤਾਬ, ਕਿਵੇਂ ਰਤ ਵਿੱਚ ਚੰਡੀਆਂ ਦਾ ਵਾਸ ਕਰੇ ਆਬ, ਕਿਵੇਂ ਤੇਗ ਦੇ ਖੜਾਕ ਵਿੱਚੋਂ ਸੁਣਦਾ ਰਬਾਬ, ਤਾਪ ਬੁੱਧੀਆਂ ਨੂੰ ਚੜੇ ਛਿੜੇ ਸੋਚੀ ਝਰਨਾਟ, ਕਦੋਂ ਤਰਕਾਂ ਨੇ ਨਾਪੀ ਪੈਗੰਬਰਾਂ ਦੀ ਵਾਟ। ਇਹ ਉਹਦੇ ਤੇ ਸੀਗਾ ਕਿਉਂਕਿ ਹਰੇਕ ਵਿਸ਼ੇ ਤੇ ਕਈ ਤਰਕ ਲਾਜ਼ਮੀ ਆ, ਪਰ ਉਹਨਾਂ ਵਿਸ਼ਿਆਂ ਤੇ ਜੋ ਤਰਕ ਦੇ ਤੇ ਦਲੀਲਾਂ ਦੇ ਦਾਇਰੇ ਚ ਆਉਂਦੇ ਨੇ। ਕਈ ਜਿਹੜੇ ਜਿਹਨਾਂ ਤੁਸੀਂ ਐਪਿਕਸ ਕਹਿ ਲਓ ਜਾਂ ਪੈਗੰਬਰਾਂ ਦੇ ਬੋਲੋਗੇ, ਇਹ ਤਰਕ ਤੇ ਦਲੀਲਾਂ ਤੇ ਅਕਲਾਂ ਦੇ ਦਾਇਰੇ ਤੋਂ ਪਰੇ ਨੇ। ਹੁਣ ਇੱਕ ਬੜੀ ਹਾਸੋਹੀਣੀ ਜੀ ਗੱਲ ਹੁੰਦੀ ਆ ਵੀ ਕੀ ਬੁੱਧ ਦੇ ਮੌਨ ਦੀ ਵਿਆਖਿਆ ਬੋਲ ਕੇ ਕਰ ਰਿਹਾ ਹੁੰਦਾ। ਹੁਣ ਮੌਨ ਦੀ ਵਿਆਖਿਆ ਤਾਂ ਖੁਦ ਮੌਨ ਹੋ ਜਾਣਾ ਹੀ ਹੈ। ਹਾਂ ਬਿਲਕੁਲ ਸਹੀ। ਅੱਛਾ, ਤੁਸੀਂ ਕੋਈ ਹੋਰ ਐਸੀ ਗੱਲ ਜਿਹੜੀ ਤੁਹਾਡੀ ਜ਼ਿੰਦਗੀ 'ਚ ਬਤੌਰ ਸ਼ਾਇਰ, ਜਿਹੜੀ ਜਿਸ ਤਰ੍ਹਾਂ ਕਹਿੰਦੇ ਨੇ ਕਿ ਜਵਾਨੀ 'ਚ ਜਿਹੜਾ ਉਹ ਬੜੀ ਆਮ ਗੱਲ ਏ, ਨਾਲ ਸਾਨੂੰ ਜੀ ਆਪਣਾ ਅਫਜ਼ਲ ਸਾਹਿਰ ਵੀ ਸੁਣ ਰਹੇ ਨੇ, ਲਹਿੰਦੇ ਪੰਜਾਬ 'ਚੋਂ ਬੜੇ ਵੱਡੇ ਕਮਾਲ ਸ਼ਾਇਰ ਨੇ, ਔਰ ਖੋਜੀ ਜੇਲਮੀ ਨੇ ਜੀ, ਔਰ ਸਵਾਮੀ ਅੰਤਰ ਨਿਰਭ ਨੇ, ਅਵਤਾਰ ਸਿੰਘ ਸੁਹਿਆਨ, ਬਹੁਤ ਸਾਰੇ ਦੋਸਤ ਤੁਹਾਨੂੰ ਧੰਨਵਾਦ ਕਹਿ ਰਹੇ ਨੇ। ਅੱਛਾ, ਕਹਿੰਦੇ ਨੇ ਜਵਾਨੀ 'ਚ ਨਾ ਜੀ ਕੋਈ ਰੋਗ ਚਾਹੀਦਾ ਹੁੰਦਾ ਕੋਈ। ਅੱਛਾ, ਸ਼ਾਇਦ ਤੁਸੀਂ ਜਿਹੜੀ ਗੱਲ ਕੀਤੀ ਕਿ ਅੰਦਰੋਂ ਕਵੀ ਪਹਿਲਾਂ ਹੀ ਕਵੀ ਹੁੰਦਾ ਹੈ, ਲੇਕਿਨ ਕਹਿੰਦੇ ਨੇ ਇੱਕ ਹੋਰ ਬੜੀ ਮੈਨੂੰ ਜਿਹੜੀ ਅਜੀਬ ਜੀ ਗੱਲ ਲੱਗਦੀ ਹੁੰਦੀ ਆ, ਉਹ ਕਹਿੰਦੇ ਹੁੰਦੇ ਨੇ ਵੀ ਇੱਕ ਕਵੀ ਹੋਣ ਲਈ ਜਾਂ ਸ਼ਾਇਰ ਹੋਣ ਲਈ ਦਿਲ ਦਾ ਟੁੱਟਣਾ ਜ਼ਰੂਰੀ ਹੈ। ਪਰ ਮੈਨੂੰ ਇਹ ਤੋਂ ਲੱਗਦਾ ਹੁੰਦਾ ਵੀ ਸਰਵਉੱਚ ਨਾਲ ਪਰਮਾਤਮਾ ਨਾਲ ਜੁੜਨਾ ਜ਼ਰੂਰੀ ਹੈ ਕਵੀ ਹੋਣ। ਵਾਹ ਵਾਹ ਵਾਹ। ਜੇ ਤੁਸੀਂ ਜੁੜ ਜਾਂਦੇ ਹੋ ਫਿਰ ਕਵਿਤਾ ਤੁਹਾਨੂੰ ਆਪਣੇ ਆਪ ਹੀ ਆਵਾਜ਼ ਦੇ ਦਿੰਦੀ ਹੈ। ਟੁੱਟਣਾ ਤਾਂ ਫਿਰ ਟੁੱਟ ਕੇ ਫਿਰ ਤਾਂ ਟੁੱਟ ਚੁੱਕੇ ਹੋ ਨਾ, ਜੁੜਨਾ ਲਾਜ਼ਮੀ ਹੈ। ਅੱਛਾ, ਉਹ ਤੁਹਾਡੇ ਮੈਂ ਇੰਟਰਵਿਊ ਸੁਣ ਰਿਹਾ ਸਾਂ, ਤੇ ਉਹ ਕਹਿ ਰਹੇ ਸਨ ਕਿ ਚੂੰਕਿ ਇਹ ਸਾਰੇ ਧਰਮਾਂ ਦੇ ਇਹਨਾਂ ਨੂੰ ਵੇਖਿਆ ਜਾਂਦਾ ਹੈ ਕਿ ਕਿਤੇ ਇਹ ਕਿਸੇ ਗੁਰਦੁਆਰੇ 'ਚ ਪਹੁੰਚੇ ਹੋਏ ਨੇ, ਔਰ ਕਿਤੇ ਇਹਨਾਂ ਨੂੰ ਫੋਨ ਕਰੀਏ ਤੇ ਕੋਈ ਗੁਰੂਆਂ ਦੀ ਬਾਣੀ ਲੱਗੀ ਹੋਈ ਹੈ, ਤੇ ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਸਾਰੇ ਇਹ ਧਰਮ ਨੇ, ਇਹ ਸਾਰੇ ਇੱਕੋ ਹੀ ਨੇ ਤੁਹਾਡੀ ਨਜ਼ਰ 'ਚ, ਕਿ ਜਾਂ ਬੰਦਿਆਂ ਨੂੰ? ਬੇਸ਼ੱਕ ਜੀ, ਤੁਸੀਂ ਜਦੋਂ ਜਾਪ ਸਾਹਿਬ ਦਾ ਜਾਂ ਜਾਪ ਸਾਹਿਬ ਪੜ੍ਹਦਾ ਹੁੰਦਾ ਮੈਂ, ਉਹਦੇ 'ਚ ਤੁਸੀਂ ਸੂਰਤ ਇਖਲਾਸ ਦੀ ਝਲਕ ਪੈਂਦੀ ਹੈ ਬਿਲਕੁਲ, ਜਿਵੇਂ ਗੁਰਮੁਖੀ ਅਨੁਵਾਦ ਹੋਵੇ ਸੂਰਤ ਇਖਲਾਸ ਦਾ। ਤਾਂ ਸਿਰਫ ਭਾਸ਼ਾਵਾਂ ਦਾ ਇੱਕ ਅੰਤਰ ਕਹਿ ਸਕਦੇ ਹੋ ਤੁਸੀਂ ਵੀ ਉਹੀ ਗੱਲ ਜਿਹੜੀ ਅਰਬੀ 'ਚ ਹੋਈ ਜਾਂ ਜਿਹੜੀ ਅੰਜੀਲ 'ਚ ਗੱਲ ਹੋ ਚੁੱਕੀ ਹੈ ਹਿਬਰੂ 'ਚ, ਉਹੀ ਗੁਰਮੁਖੀ ਦੇ ਵਿੱਚ ਹੋ ਰਹੀ ਹੈ। ਸਾਰੀਆਂ ਕਿਤਾਬਾਂ ਤਾਂ ਇੱਕ ਮਾਲਾ ਦੇ ਵਾਂਗ ਕਹਿ ਸਕਦੇ ਹੋ ਤੁਸੀਂ ਵੀ ਬਸ ਸਾਰੇ ਮਣਕੇ ਨੇ, ਮਾਲਾ ਤਾਂ ਇੱਕੋ ਹੈ। ਮਣਕੇ ਵੱਖਰੇ ਵੱਖਰੇ ਹੋ ਸਕਦੇ ਨੇ, ਮਾਲਾ ਤਾਂ ਇੱਕੋ ਹੈ। ਅੱਛਾ, ਤੁਹਾਨੂੰ ਲਿਖਣ ਵਾਸਤੇ ਕੋਈ ਖਾਸ ਮੂਡ ਦੀ ਜਾਂ ਟਾਈਮ ਦੀ ਲੋੜ ਹੁੰਦੀ ਹੈ ਕਿ ਜਦੋਂ ਤੁਸੀਂ ਬਹਿੰਦੇ ਹੋ ਕੁਝ ਲਿਖ ਲੈਂਦੇ ਹੋ, ਕਿ ਉਡੀਕਣਾ ਪੈਂਦਾ ਕਈ ਮਹੀਨੇ? ਕੋਈ ਸ਼ਾਇਰ ਕਹਿੰਦੇ ਸਾਨੂੰ ਕਈ ਮਹੀਨੇ ਆਮਦ ਨਹੀਂ ਹੁੰਦੀ, ਤੇ ਇਹ ਆਮਦ ਹੈ ਤੁਹਾਡੀ ਜਾਂ ਸ਼ੌਰੀ ਕੋਸ਼ਿਸ਼? ਕੋਈ ਮਹੀਨੇ ਦਾ ਤਾਂ ਏਦਾਂ ਜਣ ਦੀ ਹਾਲੇ ਤੱਕ ਹੋਇਆ ਨਹੀਂ। ਇੱਕ ਤੁਸੀਂ ਇਹ ਕਹਿ ਸਕਦੇ ਹੋ ਵੀ ਕਵਿਤਾ ਖੁਦ ਬ ਖੁਦ ਆਉਂਦੀ ਹੈ। ਜਿਵੇਂ ਇੱਕ ਜੌਨ ਕੀਟਸ ਸਾਹਿਬ ਦਾ ਕਥਨ ਆ, ਉਹ ਕਹਿੰਦੇ ਵੀ ਜੇ ਕਵਿਤਾ ਏਦਾਂ ਨਹੀਂ ਆਉਂਦੀ ਜਿਵੇਂ ਦਰਖਤਾਂ ਨੂੰ ਪੱਤੇ ਆਉਂਦੇ ਨੇ ਤਾਂ ਬੇਸ਼ੱਕ ਇਹ ਨਾ ਆਵੇ। ਇਹ ਲਾਜ਼ਮੀ ਹੈ ਵੀ ਜਿਹੜੀ ਖੁਦ ਬ ਖੁਦ ਆਪਣੇ ਆਪ ਆਊਗੀ ਉਹੀ ਕਮਾਲ ਹੋਊਗੀ। ਉਂਝ ਤੁਸੀਂ ਬਹਿਰ ਦਾ ਤੁਹਾਨੂੰ ਇਲਮ ਹੁੰਦਾ ਹੈ ਕਾਫੀਆ ਰਦੀਫ ਦਾ, ਬਹਿਰ ਦਾ ਸਾਨੂੰ ਇਲਮ। ਕੋਈ ਚੀਜ਼ ਆਪਣੀ ਸਾਂਝੀ ਕਰੋ ਜੀ, ਕੋਈ ਕਲਾਮ, ਕੋਈ ਕਵਿਤਾ ਕੋਈ ਸੁਣਾਓ। ਜ਼ਰੂਰੀ ਸੀਗਾ ਕਿ ਸ਼ਬਦ ਪੀਰ ਪੱਥੇ ਤਕਦੀਰ ਹੋਏ, ਜਾਪ ਚੌਪਈ ਯਾਦ ਜੁਗਾਦ ਗੂੰਜੇ, ਤੇਰੀ ਸੋਹਬਤ ਮਿਲੀ ਜਦ ਨੇਤਰਾਂ ਨੂੰ, ਸਾਹਾਂ ਸੁਰਤਾਂ ਚ ਇਸ਼ਕ ਦੇ ਨਾਦ ਗੂੰਜੇ। ਸ਼ਬਦ ਪੀਰ ਪੱਥੇ ਤਕਦੀਰ ਹੋਏ, ਜਾਪ ਚੌਪਈ ਯਾਦ ਜੁਗਾਦ ਗੂੰਜੇ, ਤੇਰੀ ਸੋਹਬਤ ਮਿਲੀ ਜਦ ਨੇਤਰਾਂ ਨੂੰ, ਸਾਹਾਂ ਸੁਰਤਾਂ ਚ ਇਸ਼ਕ ਦੇ ਨਾਦ ਗੂੰਜੇ। ਕੀਨੇ ਠੱਲਣੇ ਵੇਗ ਕੀਰਤਾਂ ਦੇ, ਡੱਕੇ ਬੁੱਲਿਆਂ ਕਦੋਂ ਉਕਾਬ ਆਪਾ, ਹੁਸਨ ਮੱਥਿਆਂ ਤੇ ਤੇਰੀ ਤੇਗਦਾ ਹੈ, ਵੱਜੇ ਦੇਹਾਂ ਚ ਤੇਰੀ ਰਬਾਬ। ਉੱਡੀ ਮਹਿਕ ਤੇਰੀ ਰਬਾਬ ਵਿੱਚੋਂ, ਢਲਕੇ ਤੇਗਾਂ ਚ ਨਿਰਾ ਜਮਾਲ ਹੋਈ, ਜੋਸ਼ ਗਏ ਤਰਾਸ਼ੇ ਆਣ ਪੰਧ ਉੱਤੇ, ਬੰਦਗੀ ਹੋਰ ਦੀ ਹੋਰ ਕਮਾਲ ਹੋਈ। ਬਾਕ ਬਾਣੀਆਂ ਦੇ ਤਰਨ ਪਾਣੀਆਂ ਤੇ,
ਗਾਥਾ ਇਸ਼ਕ ਦੀ ਗਾਏ ਪੰਜਾਬ ਬਾਬਾ, ਹੁਸਨ ਮੱਥਿਆਂ ਤੇ ਤੇਰੀ ਤੇਗਦਾ ਹੈ, ਬੱਚੇ ਦੇਹਾਂ ਚ ਤੇਰੀ ਰਬਾਬ ਬਾਬਾ। ਨਿਰਭਉ ਨਿਰਵੈਰ ਦੇ ਹੁਕਮ ਹੋਏ, ਮਿਟੇ ਫਾਸਲੇ ਮਜ਼ਹਬ ਤੇ ਜਾਤ ਵਾਲੇ, ਰਤ ਵਿੱਚ ਚੰਡੀ ਦਾ ਵਾਸ ਹੋਇਆ, ਪੀਤੇ ਘੁੱਟ ਤੇਰੀ ਜਾਂ ਦਾਤ ਵਾਲੇ। ਬ੍ਰਹਿਮੰਡ ਵੈਰਾਗ ਚ ਲੀਨ ਹੋਏ, ਤੇਰੇ ਹੱਥਾਂ ਛੂਹੇ ਜਦ ਆਪ ਬਾਬਾ, ਹੁਸਨ ਮੱਥਿਆਂ ਤੇ ਤੇਰੀ ਤੇਗਦਾ ਹੈ, ਵੱਜੇ ਦੇਹਾਂ ਚ ਤੇਰੀ ਰਬਾਬ ਬਾਬਾ। ਹੁਸਨ ਮੱਥਿਆਂ ਤੇ ਤੇਰੀ ਤੇਗਦਾ ਹੈ, ਵੱਜੇ ਦੇਹਾਂ ਚ ਤੇਰੀ ਰਬਾਬ। ਕੋਈ ਐਸਾ ਵਾਕਿਆ ਤੁਹਾਡੀ ਜ਼ਿੰਦਗੀ ਦਾ ਜਿਹੜਾ ਤੁਹਾਨੂੰ ਕਦੀ ਨਹੀਂ ਭੁੱਲਿਆ, ਜਿਹੜਾ ਤੁਸੀਂ ਸਾਂਝਾ ਕਰਨਾ ਚਾਹੋ ਸੁਣਨ ਵਾਲਿਆਂ ਨਾਲ, ਕੋਈ ਵਾਕਿਆ ਆਪਣੀ ਜ਼ਿੰਦਗੀ ਦਾ? ਵਾਕਿਆਤ ਏਦਾਂ ਦੇ ਤਾਂ ਕਾਫੀ ਹੁੰਦੇ ਨੇ ਜੋ ਜ਼ਹਿਨ ਚ ਰਹਿ ਜਾਂਦੇ ਨੇ ਤੁਹਾਡੇ, ਪਰ ਏਦਾਂ ਦਾ ਕੋਈ ਹੁਣ ਜ਼ਿਆਦਾ ਚੇਤੇ ਵੀ ਨਹੀਂ ਆ ਰਿਹਾ। ਕਾਫੀ ਹੁੰਦੇ ਨੇ ਜੋ ਜ਼ਹਿਨ ਚ ਰਹਿ ਜਾਂਦੇ ਨੇ। ਅੱਛਾ, ਅਸੀਂ ਇਸ ਤਰ੍ਹਾਂ ਇਹਦਾ ਨਾਮ ਮੇਰੇ ਵਾਲੇ ਪਾਸੇ ਹੋ ਰਹੀ ਹੈ। ਹਾਂਜੀ ਹਾਂਜੀ ਕੋਈ ਨਜ਼ਮ ਆਪਣੀ ਇੱਕ ਸਾਂਝੀ ਕਰ ਦਿਓ, ਕਵਿਤਾ ਕੋਈ ਹੋਰ ਸਾਂਝੀ ਕਰ ਛੱਡੋ। ਹਾਂਜੀ ਹਾਂਜੀ ਸੀ ਕਿ ਮਹਿਕਾਂ ਦੇ ਕੁੱਖੋਂ ਜਨਮੀ ਇਤਰਾਂ ਦੀ ਜਾਈ ਹੈ, ਯੂਸਫ ਦੇ ਸ਼ਹਿਰੋਂ ਹੈ ਜਾਂ ਫਿਰ ਹਮਸਾਈ ਹੈ, ਤੱਕਣੀ ਵਿੱਚ ਨੂਰ ਇਲਾਹੀ ਰੂਹਾਂ ਵਿੱਚ ਵੜਦੀ ਹੈ, ਸਾਹਾਂ ਨਾਲ ਕਰੇ ਤਿਲਾਵਤ ਆਇਤਾਂ ਨੂੰ ਪੜ੍ਹਦੀ ਹੈ, ਆਸ਼ਕ ਦਹਿਲੀਜ਼ ਉਹਦੀ ਤੇ ਜਾਚਕ ਬਣੇ ਆਉਂਦੇ ਨੇ, ਨਦੀਆਂ ਤੇ ਝਰਨੇ ਉਹਦੀ ਉਸਤਤ ਨੂੰ ਗਾਉਂਦੇ ਨੇ, ਪੀਰਾਂ ਦੀ ਤਸਬੀਹ ਵਰਗੀ ਹੀਰਾਂ ਦੀ ਚੂਰੀ ਹੈ, ਮੁਖੜੇ ਤੇ ਪਰਤ ਹਯਾ ਦੀ ਨੈਣੀ ਕਸਤੂਰੀ ਹੈ, ਬਾਸ਼ਨਾ ਖਿੰਡੇ ਚੁਫੇਰੇ ਖੋਲੇ ਜਦ ਕੇਸਾਂ ਨੂੰ, ਤੱਕ ਕੇ ਉਹਦੇ ਕੌਤਕ ਭੁੱਲਦੀ ਬੰਦਗੀ ਦਰਵੇਸ਼ਾਂ ਨੂੰ, ਤੱਕ ਕੇ ਉਹਦੇ ਕੌਤਕ ਭੁੱਲਦੀ ਬੰਦਗੀ ਦਰਵੇਸ਼ਾਂ ਨੂੰ। ਵਾਹ ਵਾਹ ਵਾਹ। ਅੱਛਾ, ਉਹ ਜਿਹੜਾ ਤੁਹਾਡਾ ਕਲਾਮ ਗਾਇਆ ਕਿਸੇ ਦੋਸਤ ਨੇ, ਉਹ ਤੁਹਾਡੇ ਉੱਤੇ ਪਿਆ ਹੈ ਤੁਹਾਡੇ ਟਾਈਮਲਾਈਨ ਤੇ ਵੀ, ਉਹ ਕਿਹੜੀ ਕਵਿਤਾ ਜਿਹੜੀ ਮੈਂ ਗਾਈ ਹੈ? ਹਾਂਜੀ, ਉਹ ਸੀ ਕਿ ਸਿਖਰਾਂ ਦਾ ਮੌਨ ਹੋਵੇ ਵਗ ਰਹੀ ਪੌਣ ਹੋਵੇ, ਵਾਹ। ਸਿਖਰਾਂ ਦਾ ਮੌਨ ਹੋਵੇ ਵਗ ਰਹੀ ਪੌਣ ਹੋਵੇ, ਮੱਠੀ ਮੱਠੀ ਧੁੱਪ ਹੋਵੇ ਕਾਇਨਾਤ ਚੁੱਪ ਹੋਵੇ, ਸਿਖਰਾਂ ਦਾ ਮੌਨ ਹੋਵੇ ਵਗ ਰਹੀ ਪੌਣ ਹੋਵੇ, ਮੱਠੀ ਮੱਠੀ ਧੁੱਪ ਹੋਵੇ ਕਾਇਨਾਤ ਚੁੱਪ ਹੋਵੇ, ਤੇਰੇ ਕੇਸੀ ਹੱਥ ਹੋਣ ਵਸਲਾਂ ਦੀ ਰਾਤ ਹੋਵੇ, ਬੁੱਲੀਆਂ ਖਾਮੋਸ਼ ਹੋਣ ਨੈਣਾ ਰਾਹੀਂ ਬਾਤ ਹੋਵੇ, ਜਿਸ ਕਿ ਹੁਸਨ ਦੇ ਸਾਗਰਾਂ ਚ ਰੂਹ ਡੁੱਲ ਰਹੀ ਹੋਵੇ, ਪੜ੍ਹੀ ਲਿਖੀ ਸਾਰੀ ਹੀ ਤਾਲੀਮ ਭੁੱਲ ਰਹੀ ਹੋਵੇ, ਆਸ਼ਕਾਂ ਦੇ ਕਾਸਿਆਂ ਚ ਦੀਦ ਵਾਲੀ ਦਾਤ ਹੋਵੇ, ਬੁੱਲੀਆਂ ਖਾਮੋਸ਼ ਹੋਣ ਤੇ ਨੈਣਾ ਰਾਹੀਂ ਬਾਤ ਹੋਵੇ। ਵਾਹ। ਉਹ ਮੇਰਾ ਚਾਅ ਸੀ ਕਿ ਮੈਂ ਉਹ ਸੁਣਾਵਾਂ ਸੁਣਨ ਵਾਲਿਆਂ ਨੂੰ, ਲੇਕਿਨ ਉਹ ਮੇਰੇ ਕੋਲ ਵੀਡੀਓ ਡਾਊਨਲੋਡ ਨਹੀਂ ਹੋ ਸਕੀ, ਤੇ ਮੈਂ ਕਿਹਾ ਤੁਹਾਨੂੰ ਤੁਹਾਡੇ ਮੂੰਹੋਂ ਸੁਣ ਲਈਏ। ਉਹ ਬੜੀ ਸੋਹਣੀ ਉਹਨਾਂ ਗਾਈ, ਬੜੀ ਮੁਹੱਬਤ ਮੋਹਰਾਂ ਤੁਹਾਡੇ ਬੇਲੀਆਂ ਨੇ। ਔਰ ਸਾਡੇ ਕੋਲ ਇੱਥੇ
नितिन जी ने, नितिन लखनपाल शर्मा और धर्मप्रीत औजला कह रहे हैं कि ਅਸੀਂ ਵੀ ਸੁਣ ਰਹੇ ਹਾਂ ਤੁਹਾਨੂੰ। ਬਲਵਿੰਦਰ ਕਾਲਾ ਔਰ ਹਰਦੀਪ ਦਾਦਰਾ। ਦਾਦਰਾ ਹੁੰਦਾ ਜੀ, ਡੀਏ ਡੀ ਆ ਦਾਦਰਾ। ਹਾਂਜੀ ਹਾਂਜੀ, ਸ਼ੁਕਰੀਆ ਜੀ, ਸ਼ੁਕਰੀਆ ਸਾਰਿਆਂ ਦਾ, ਸ਼ੁਕਰੀਆ। ਠੀਕ ਹੈ ਜੀ, ਤੁਹਾਡੀ ਵੋਲਿਊਮ ਸ਼ਾਇਦ ਪੌਜ਼ ਹੋ ਗਈ, ਇਹਨੂੰ ਮਿਊਟ ਹੋ ਗਈ, ਵੋਲਿਊਮ ਕਰਿਓ। ਕਿੰਨੇ ਲੋਕ ਕਹਿੰਦੇ? ਹਾਂਜੀ ਹਾਂਜੀ, ਅੱਛਾ, ਇਹ ਧਰਮਪ੍ਰੀਤ ਔਜਲਾ ਰੀ, ਹਰਦੀਪ ਦਾਦਰਾ ਰੀ, ਪਾਲੀ ਖਾਦਮ, ਨਿਤੀਨ ਲਖਨਪਾਲ ਸ਼ਰਮਾ, ਇਹ ਸਾਰੇ ਪਹਿਲੀ ਮੈਂ ਨਾਂ ਲੈ ਰਿਹਾ ਸੀ ਤਾਂ ਉਹ ਮਿਊਟ ਹੋ ਗਿਆ ਕਿਉਂਕਿ ਇੱਧਰ ਅਜ਼ਾਨ ਹੋ ਰਹੀ ਸੀ। ਤੇ ਅਸੀਂ ਇਹ ਚਾਹੁੰਦੇ ਹਾਂ ਜੀ ਕਿ ਜਿਹੜਾ ਤੁਹਾਡੇ ਨਾਲ ਸਾਰੇ ਸੁਣਨ ਵਾਲੇ ਨੇ ਉਹ ਚਾਹੁੰਦੇ ਨੇ ਕਿ ਤੁਹਾਡੇ ਨਾਲ ਗੱਲਾਂ ਵੀ ਹੁੰਦੀਆਂ ਰਹਿਣ ਔਰ ਤੁਹਾਡੀਆਂ ਕਵਿਤਾ ਵੀ ਸੁਣਦੀਆਂ ਰਹੀਏ। ਤੇ ਜਿੰਨੀਆਂ ਕੁ ਤੁਹਾਨੂੰ ਯਾਦ ਨੇ ਅਸੀਂ ਚਾਹਾਂਗੇ ਅੱਜ ਦੇ ਪ੍ਰੋਗਰਾਮ 'ਚ ਇਹ ਤੁਹਾਨੂੰ ਵੇਖ ਕੇ ਪੜ੍ਹਨੀਆਂ ਪੈਂਦੀਆਂ ਕਿ ਯਾਦ ਹੋ ਜਾਂਦੀਆਂ ਤੁਹਾਨੂੰ ਆਪਣੀਆਂ ਚੀਜ਼ਾਂ। क्यों जी? अपना नवाब भाई आ रही आवाज कि नहीं? ਹੁਣ ਆਵਾਜ਼ ਆ ਰਹੀ ਜੀ? ਹਾਂਜੀ ਹਾਂਜੀ ਹਾਂਜੀ, ਪੌਜ਼ ਹੋ ਗਈ। ਅੱਛਾ, ਵਿੱਚ ਮਸਲਾ ਆ ਗਿਆ ਸੀ। ਹਾਂਜੀ ਹਾਂਜੀ, ਅੱਛਾ, ਕੋਈ ਹੋਰ ਚੀਜ਼ ਸਾਂਝੀ ਕਰਨਾ ਚਾਹੋ ਤੁਸੀਂ ਜਿਹੜੀ ਤੁਸੀਂ ਸਮਝਦੇ ਹੋ ਤੁਹਾਨੂੰ ਆਪ? ਤੁਸੀਂ ਜਿਵੇਂ ਬਿਲਕੁਲ ਜੀ ਬਿਲਕੁਲ, ਇੱਕ ਜਿਵੇਂ ਤੁਸੀਂ ਪਹਿਲਾਂ ਗੱਲ ਹੋਈ ਆਪਣੀ ਕਵਿਤਾ ਲੋਕਾਂ ਨੂੰ ਪਸੰਦ ਹੁੰਦੀਆਂ, ਕਈ ਸ਼ਾਇਰ ਨੂੰ ਖੁਦ ਪਸੰਦ ਹੁੰਦੀਆਂ ਨੇ, ਤੇ ਜਿਹੜੀ ਤੁਹਾਨੂੰ ਸਭ ਤੋਂ ਪਸੰਦ ਹੈ ਤੁਹਾਨੂੰ ਲੱਗਦਾ ਹੈ ਕਿ ਇਹਦੇ 'ਚ ਮੇਰੇ ਕੋਲ ਐਸੀ ਗੱਲ ਕਰਾਤੀ ਪਰਮਾਤਮਾ ਨੇ ਕਿ ਮੇਰੇ ਦਿਲ ਦੀ ਸਾਰੀ ਜਿਹੜੀ ਗੱਲ ਬਾਹਰ ਆ ਗਈ, ਤੇ ਐਸੀ ਕੋਈ ਸ਼ੈ ਵੀ ਸਾਡੇ ਨਾਲ ਸਾਂਝੀ ਕਰੋ। ਅਸੀਂ ਤੁਹਾਡੀ ਹਰ ਗੱਲ ਦਿਲ ਨੂੰ ਛੂੰਹਦੀ ਏ, ਲੇਕਿਨ ਜਿਹੜੀ ਤੁਹਾਨੂੰ ਪਸੰਦ ਹੈ ਸਾਰਿਆਂ 'ਚੋਂ। ਜੀ ਕੋਈ ਆ ਰਹੀ ਆਵਾਜ਼? ਜਿਵੇਂ ਪਹਿਲਾਂ ਹਾਂਜੀ ਹਾਂਜੀ, ਹੁਣ ਆ ਰਹੀ ਹੈ ਜੀ। ਜਿਵੇਂ ਪਹਿਲਾਂ ਗੱਲ ਹੋਈ ਸੀ ਕਿ ਕਈ ਗੱਲਾਂ ਕਵਿਤਾ ਰਾਹੀਂ ਵੀ ਤੁਸੀਂ ਨਿੱਜ ਤੋਂ ਜਦੋਂ ਪਰੇ ਹੋ ਜਾਂਦੇ ਹੋ, ਅਸਲ ਸਰਮੌਰ ਤਾਂ ਉਦੋਂ ਹੀ ਹੁੰਦੀ ਹੈ। ਨਿੱਜ ਤੋਂ ਤੁਸੀਂ ਇੱਕ ਮਨ ਦੀ ਭੜਾਸ ਤਾਂ ਕਹਿ ਸਕਦੇ ਹੋ, ਕਿਸੇ ਨੰਦੀ ਇੱਕ ਸ਼ਬਦੀ ਹਿੰਸਾ ਕਵਿਤਾ 'ਚ ਵੀ ਹੁੰਦੀ ਹੈ। ਇਹ ਵੀ ਅੱਜ ਕੱਲ੍ਹ ਦਾ ਝੁਕਾਅ ਕਾਫੀ ਹੈ, ਰੁਝਾਨ। ਉਹ ਸੀਗਾ ਲਿਖਿਆ ਜਾ ਸਕਦਾ ਕਲਮ ਤੋਂ ਬਿਨਾਂ ਵੀ। ਵਾਹ, ਲਿਖਿਆ ਜਾ ਸਕਦਾ ਕਲਮ ਤੋਂ ਬਿਨਾਂ ਵੀ, ਤੇ ਲਿਖੇ ਕਲਮ ਦੇ ਹਰਫ ਪੜਾਸ ਵੀ ਹੋ ਸਕਦੇ ਨੇ। ਆਹਾ, ਵਾਹ ਵਾਹ ਵਾਹ। ਤਾਰਿਆਂ ਵਿੱਚੋਂ ਵੀ ਰੇਤ ਦਾ ਨੂਰ ਦਿਸ ਸਕਦਾ ਹੈ, ਕਣ ਰੇਤ ਦੇ ਆਕਾਸ਼ ਵੀ ਹੋ ਸਕਦੇ ਨੇ। ਵਾਹ ਵਾਹ। ਬੋਲਿਆ ਜਾ ਸਕਦਾ ਜੀਭ ਤੋਂ ਬਿਨਾਂ ਵੀ, ਤੇ ਕੂੜ ਵੀ ਹੋ ਸਕਦਾ ਹੈ ਜੋ ਜ਼ੁਬਾਨ ਕਹਿੰਦੀ ਹੈ। ਆਹਾ। ਤੱਕਿਆ ਜਾ ਸਕਦਾ ਨਜ਼ਰ ਤੋਂ ਬਿਨਾਂ ਵੀ। ਵਾਹ ਵਾਹ ਵਾਹ। ਕੋਈ ਤੁਹਾਡੇ ਵਾਲੇ ਪਾਸੇ पे ਨੈਟ ਦਾ ਮਸਲਾ ਆ ਰਿਹਾ ਹੈ। ਨਵਾਬ ਖਾਨ ਨੂੰ ਕੋਈ ਨੈਟ ਦਾ ਉਧਰ ਕੋਈ ਪ੍ਰੋਬਲਮ ਆ ਰਿਹਾ ਜੀ। ਉਹ ਜੋ ਹੀ ਸਾਨੂੰ ਦੁਬਾਰਾ ਨਾਲ ਜੁਆਇਨ ਕਰਦੇ ਨੇ, ਅਸੀਂ ਉਨੀ ਦੇਰ ਆਪਣੇ ਮਿੱਤਰਾਂ ਦੇ ਨਾਲ ਹੀ ਜਾਂਦੇ ਹਾਂ ਜਿਹੜੇ ਸਾਡੇ ਨਾਲ ਨੇ। ਟੋਨੀ ਫਰਨੈਂਡਸ ਨੇ, ਕੁਲਦੀਪ ਪੰਨੂ ਹੋਰੀ ਨੇ ਦੱਸ ਰਹੇ ਨੈਟਵਰਕ ਪ੍ਰੋਬਲਮ ਹੈ ਜੀ ਸਰ। ਉਹ ਨੈਟਵਰਕ ਪ੍ਰੋਬਲਮ ਕਾਲ ਆ ਰਹੀ ਸੀ ਵਿੱਚ। ਹਾਂ, ਇਧਰ ਦੁਬਾਰਾ ਸਰ ਸੁਣਾਓ ਸ਼ੁਰੂ ਤੋਂ, ਬੜਾ ਮਜ਼ੇਦਾਰ ਕੰਮ ਹੈ। ਕਿਆ ਬਾਤ ਹੈ, ਕਵਿਤਾ ਤੁਹਾਡੀ ਬਹੁਤ ਸੋਹਣੀ। ਇਹ ਸ਼ੁਰੂ ਤੋਂ ਦਾ ਸੁਣਾਓ। ਲਿਖਿਆ ਜਾ ਸਕਦਾ ਕਲਮ ਤੋਂ ਬਿਨਾਂ ਵੀ, ਵਾਹ। ਤੇ ਲਿਖੇ ਕਲਮ ਦੇ ਹਰਫ ਪੜਾਸ ਵੀ ਹੋ ਸਕਦੇ ਨੇ। ਵਾਹ ਵਾਹ ਵਾਹ। ਤਾਰਿਆਂ ਵਿੱਚੋਂ ਵੀ ਰੇਤ ਦਾ ਨੂਰ ਦਿਸ ਸਕਦਾ, ਕਣ ਰੇਤ ਦੇ ਆਕਾਸ਼ ਵੀ ਹੋ ਸਕਦੇ ਨੇ। ਬੋਲਿਆ ਜਾ ਸਕਦਾ ਹੈ ਜੀਭ ਤੋਂ ਬਿਨਾਂ ਵੀ, ਤੇ ਕੂੜ ਵੀ ਹੋ ਸਕਦਾ ਹੈ ਜੋ ਜ਼ੁਬਾਨ ਕਹਿੰਦੀ ਹੈ। ਅੱਛਾ। ਤੱਕਿਆ ਜਾ ਸਕਦਾ ਹੈ ਅੱਖ ਤੋਂ ਬਿਨਾਂ ਵੀ, ਤੇ ਭਰਮ ਵੀ ਹੋ ਸਕਦਾ ਹੈ ਜੋ ਨਜ਼ਰ ਵਹਿੰਦੀ ਹੈ। ਗੂੰਜ ਸਕਦੀ ਹੈ ਚੜ੍ਹਦੀ ਕਲਾ ਚੇਰੀਆਂ ਦੇਹਾਂ ਚੋਂ ਵੀ, ਤੇ ਜਿਉਂਦੇ ਜਿਸਮ ਮਹਿਕ ਲਾਸ਼ ਵੀ ਹੋ ਸਕਦੇ ਨੇ। ਤੱਕਿਆ ਜਾ ਸਕਦਾ ਅੱਖ ਤੋਂ ਬਿਨਾਂ ਵੀ। ਵਾਹ
ਹੋ ਸਕਦੀ ਹੈ ਚੜ੍ਹਦੀ ਕਲਾ ਚੇਰੀਆਂ ਦੇਹਾਂ ਚੋਂ ਵੀ, ਤੇ ਜਿਉਂਦੇ ਜਿਸਮ ਮਹਿਜ ਲਾਸ਼ ਵੀ ਹੋ ਸਕਦੇ ਨੇ। ਤਾਰਿਆਂ ਵਿੱਚੋਂ ਵੀ ਰੇਤ ਦਾ ਨੂਰ ਦਿਸ ਸਕਦਾ, ਤਣ ਰੇਤ ਦੇ ਆਕਾਸ਼ ਵੀ ਹੋ ਸਕਦੇ ਨੇ। ਵਾਹ ਵਾਹ, ਬਹੁਤ ਖੂਬ ਜੀ। ਆਪਣਾ ਬਹੁਤ ਆਲਾ ਜੀ। ਇੱਧਰੋਂ ਵੀ ਦੋਸਤ ਸਾਰੇ, ਕੁਲਦੀਪ ਪੁੰਨੂ ਹੋਰੀ ਨੇ, ਪਾਲੀ ਖਾਦਮ ਨੇ, ਕਮਰ ਜ਼ਮਾਨ ਸਾਹਿਬ ਬਹੁਤ ਪਸੰਦ ਕਰ ਰਹੇ ਤੁਹਾਡੀ ਸ਼ਾਇਰੀ ਜੀ। ਇਸ ਪਾਸੇ ਸਾਡੇ ਬੜੇ ਕਮਾਲ ਸ਼ਾਇਰ ਨੇ, ਔਰ ਬੋਲੀ ਤੇ ਬੜਾ ਉਹਨਾਂ ਦਾ ਇੱਕ ਹਵਾਲਾ ਹੈ ਬਹੁਤ ਵੱਡਾ। ਜਸਵੀਰ ਫੇਰਾਰੀ ਨੇ, ਬਲਕਾਰ ਔਲਖ ਨੇ, ਔਰ ਸੋਨਾ ਬਨੀਵਾਲ, ਔਰ ਇੱਧਰੋਂ ਸਾਡੇ ਦੋਸਤ ਯਾਸਰ ਖਾਨ, ਗੁਰਮੀਤ ਸਿੰਘ, ਰਿਫਤ ਮੁਬਸ਼ਰ ਸ਼ਮਸ, ਔਰ ਜ਼ਰੀ ਅਸ਼ਰਫ, ਸ਼ਾਹਰੂਮ ਖਾਨ। ਇਹ ਸਾਰੇ ਲੋਕ ਬਹੁਤ ਪਸੰਦ ਕਰ ਰਹੇ ਤੁਹਾਡਾ ਕਲਾਮ। ਤੇ ਜਦੋਂ ਇੰਨੇ ਬੰਦੇ ਪਸੰਦ ਕਰਨ, ਫਿਰ ਕਲਾਮ ਸੁਣਾਉਣ ਨੂੰ ਵੀ ਥੋੜਾ ਜ਼ਿਆਦਾ ਸੁਣਾਉਣਾ ਪੈ ਜਾਂਦਾ। ਤੇ ਬੜੀ ਸੋਹਣੀ ਕਵਿਤਾ ਤੁਹਾਡੀ ਤੁਸੀਂ ਸਾਂਝੀ ਕੀਤੀ ਹੈ। ਔਰ ਮੈਂ ਸਮਝਦਾ ਕਿ ਇਸ ਉਮਰ ਦੇ ਵਿੱਚ ਬੜੇ ਥੋੜੇ ਲੋਕ ਨੇ ਜਿਹੜੇ ਏਡਾ ਸੋਹਣਾ ਲਿਖ ਰਹੇ ਨੇ। ਔਰ ਜਗਦੀਸ਼ ਰਾਣਾ ਸਾਹਿਬ ਵੀ ਤੁਹਾਡੀ ਇਸ ਨਜ਼ਮਾਂ ਨੂੰ ਪਸੰਦ ਕਰਦੇ ਪਏ ਨੇ। ਔਰ ਸ਼ਾਇਦ ਨੈਟਵਰਕ ਦਾ ਮਸਲਾ ਆ ਗਿਆ, ਉਧਰ ਡਿਸਕਨੈਕਟ ਹੋ ਗਿਆ ਉਹਨਾਂ ਦਾ। ਸਾਡਾ ਜੀ ਪੰਜਾਬੀ ਕਾ ਔਰ ਕੀਮਤੀ ਗੱਲਾਂ ਦਾ ਇਹ ਸਾਡਾ ਸੀ ਕਿ ਅਸੀਂ ਤੁਹਾਨੂੰ ਐਸੇ ਲੋਕ ਮਿਲਾਈਏ ਜਿਹੜੇ ਨਾਮਵਰ ਔਰ ਪੁਰਾਣੇ ਲੋਕ ਵੀ ਹੋਣ, ਲੇਕਿਨ ਨਵੇਂ ਲੋਕ ਵੀ ਪੂਰੀ ਦੁਨੀਆ ਭਰ ਚੋਂ, ਜਿਸ ਤਰ੍ਹਾਂ ਕਿ ਅਗਲੇ ਸਾਡੇ ਪੁਰਾਣੇ ਮੁਰਲੀ ਚੌਹਾਨ ਹਰੀ ਹੋਣਗੇ, ਰਹਿੰਦੇ ਪੰਜਾਬ ਚੋਂ, ਬਹੁਤ ਸੋਹਣਾ ਮਜ਼ਾਕ ਲਿਖਦੇ ਨੇ ਤੇ ਵਾਪਸ ਆ ਗਏ ਨੇ ਸਾਡੇ ਨਵਾਬ ਖਾਨ ਹੀ, ਤਾਂ ਕਿ ਲੋਕੀ ਮਿਸ ਕਰ ਜੀ। ਕੋਈ ਨਹੀਂ ਜੀ, ਲੋਕੀ ਵੀ ਸੁਣਨ ਵਾਲੇ ਪਿਆਰ ਕਰਦੇ ਆ ਜੀ। ਇੰਨੀ ਵੀ ਔਕੜ ਨਾ ਹੋਵੇ ਤੇ ਫਿਰ ਸਵਾਦ ਵੀ ਨਹੀਂ ਆਉਂਦਾ ਸੌਖਾ ਸੱਜਣਾ ਨੂੰ ਮਿਲਣ ਦਾ। ਕੋਈ ਗੱਲ ਨਹੀਂ, ਇਹਨਾਂ ਔਕੜਾਂ ਦੇ ਨਾਲ ਹੀ ਜੀਣਾ। ਤੇ ਜਿੱਥੋਂ ਵੀ ਸਾਨੂੰ ਰਾਬਤਾ ਬਹਾਲ ਹੋਏਗਾ ਅਸੀਂ ਉੱਥੋਂ ਹੀ ਸ਼ੁਰੂ ਕਰ ਲਾਂਗੇ। ਦਿਲ ਤੇ ਕਰਦਾ ਹੈ ਕਿ ਤੁਹਾਡੇ ਨਾਲ ਰਾਬਤਾ ਸਾਰੀ ਉਮਰ ਜਿਹੜਾ ਨਾ ਜੀ ਉਹ ਬਹਾਲ ਰਵੇ ਔਰ ਤੁਹਾਨੂੰ ਸੁਣਦੇ ਰਹੀਏ। ਤੇ ਸੰਦੀਪ ਕੌਰ ਚੀਮਾ ਜੀ ਆ ਗਏ ਸਾਡੇ ਨਾਲ, ਅਵਤਾਰ ਸਿੰਘ, ਸੁਜਾਨ, ਸੰਦੀਪ ਕੌਰ ਔਰ ਮਲਕੀਤ ਸਿੰਘ। ਸਾਰੇ ਲੋਕ ਤੁਹਾਨੂੰ ਸੁਣਨਾ ਚਾਹੁੰਦੇ ਨੇ ਹੋਰ। ਤੇ ਜਿਸ ਤਰ੍ਹਾਂ ਤੁਸੀਂ ਕੋਈ ਹੋਰ ਚੀਜ਼ ਸਾਂਝੀ ਕਰੋ ਜੀ। ਪੰਜਾਬੀ ਤੇ ਲਿਖੀ ਸੀ, ਪੰਜਾਬੀ ਭਾਸ਼ਾ ਤੇ ਸੀਗੀ ਕਿ ਅੱਛਾ, ਥੋੜੀ ਮਿਲੀ ਸਰੀਰ ਤੋਂ ਬੋਲਣਾ ਪਿਆ ਕਿ ਤੁਹਾਨੂੰ ਮੋਬਾਈਲ ਸ਼ਾਇਦ ਦੂਰ ਹੈ ਤੁਹਾਡਾ। ਹਾਂਜੀ ਹਾਂਜੀ, ਇੱਕ ਸੀਗੀ ਕਿ ਤੈਨੂੰ ਪੰਜਾਬੀ ਭਾਸ਼ਾ ਤੇ ਤੈਨੂੰ ਗੁਰਤੀ ਮਿਲੀ ਸਰੀਰ ਤੋਂ ਜੀ, ਸ਼ਾਹ ਵਾਰਿਸ ਜਿਹੇ ਮਰੀਦ ਤੋਂ, ਤੇਰੇ ਨੈਣੀ ਨੂਰ ਕਬੀਰ ਦਾ, ਪਿੱਠ ਥਾਪੜਾ ਮੀਆਂ ਮੀਰ ਦਾ, ਤੈਨੂੰ ਬਖਸ਼ਿਸ਼ ਨਾਨਕ ਪੀਰ ਦੀ, ਬੁੱਲੇ ਜਿਹੇ ਮਸਤ ਫਕੀਰ ਦੀ, ਤੈਨੂੰ ਆਸਰਾ ਹਿੰਦ ਦੇ ਪੀਰ ਦਾ, ਤੇ ਨਲਵੇ ਦੀ ਸ਼ਮਸ਼ੀਰ ਦਾ। ਤੇਰੇ ਮਹਿਕਾਂ ਸੁਰਮੇ ਗਾਉਂਦੀਆਂ, ਤੈਨੂੰ ਹੀਰਾਂ ਸੱਸੀਆਂ ਰੋਂਦੀਆਂ, ਤੇਰੇ ਸਾਹੀਂ ਬੰਦਗੀ ਮੇਲ ਦੀ, ਮੱਥੇ ਵਿੱਚ ਰੌਣਕ ਖੇਲਦੀ। ਤੇਰੇ ਟਿੱਬੇ ਵੀ ਫਿਰਦੌਸ ਨੇ, ਜਲ ਇਸ਼ਕੇ ਵਿੱਚ ਮਦਹੋਸ਼ ਨੇ, ਤੇਰੀ ਮਿੱਟੀ ਕਰੇ ਆਰਾਧਨਾ, ਤੇ ਤੇਹਾਂ ਕਰਦੀਆਂ ਸਾਧਨਾ। ਤੇਰੇ ਪੈਰੀਂ ਝਾਂਜਰ ਇਸ਼ਕ ਦੀ, ਸਗਲ ਧਰਤੀ ਵਿੱਚ ਲਿਸ਼ਕਦੀ, ਜੋ ਡੇਲੇ ਫੁੱਟਣ ਕਰੀਰ ਚੋਂ, ਆਈ ਖੁਸ਼ਬੂ ਤੇਰੀ ਤਾਸੀਰ ਚੋਂ। ਤੇਰਾ ਅੱਖਰ ਪਾਕ ਹੈ, ਤੇਰਾ ਪੀਰਾਂ ਦੇ ਨਾਲ ਸਾਥ ਹੈ, ਤੱਕ ਦੀ ਕੋਈ ਕਿਸਮ ਹੈ, ਤੇਰੇ ਰੂਪ ਚ ਕੋਈ ਤਿਲਸਮ ਹੈ। ਤੂੰ ਹੈ ਪਰਵਾਜ਼ ਇਤਾਬ ਦੀ, ਤੂੰ ਰੌਣਕ ਦੇਸ਼ ਪੰਜਾਬ ਦੀ, ਤੂੰ ਰੌਣਕ ਦੇਸ਼ ਪੰਜਾਬ। ਵਾਹ ਵਾਹ ਵਾਹ। ਬਲਕਾਰ ਔਲਖ ਹਰੀ ਬੜਾ ਸੋਹਣਾ ਮਸ਼ਵਰਾ ਦੇ ਰਹੇ ਨੇ। ਉਹ ਕਹਿੰਦੇ ਨੇ ਛੇਤੀ ਛੇਤੀ ਹੋਰ ਸੁਣਾ ਦਿਓ, ਤੇ ਇਹ ਨਾ ਹੋਵੇ ਫਿਰ ਕਿਤੇ ਸੰਪਰਕ ਟੁੱਟ ਜਾਵੇ। ਤੇ ਅਸੀਂ ਕਹਿੰਦੇ ਹਾਂ ਕਿ ਇਹ ਸਾਰੀ ਉਮਰ ਹੀ ਚੱਲਦਾ ਰਹੇ। ਤੇ ਬੇਲੀਆਂ ਨੂੰ ਡਰ ਲੱਗ ਗਿਆ ਕਿ ਉਹ ਟੁੱਟਿਆ ਰਾਬਤਾ, ਤੋਂ ਉਹਨਾਂ ਨੂੰ ਲੱਗਦਾ ਹੈ ਕਿ ਫਿਰ ਨਾ ਟੁੱਟ ਜਾਏ। ਉਹ ਕਹਿੰਦੇ ਛੇਤੀ ਛੇਤੀ ਹੋਰ ਵੀ ਕੁਛ ਸੁਣਾ। ਇੱਕ ਦੋਹੇ ਪੰਜਾਬਾਂ ਦੇ ਸਾਂਝੀ ਸੀਗੀ ਲਾਹੌਰ ਕਵਿਤਾ। ਕਿਆ ਬਾਤ ਹੈ, ਵਾਹ। ਕਿ ਚੇਤਿਆਂ ਚ ਬਾਣੀਆਂ ਦੇ ਵਾਕ ਜਿੰਦਾ ਰਹਿਣਗੇ, ਚੇਤਿਆਂ ਚ ਬਾਣੀਆਂ, ਚੇਤਿਆਂ ਚ ਬਾਣੀਆਂ ਦੇ ਵਾਕ ਜਿੰਦਾ ਰਹਿਣਗੇ। ਵਾਹ। ਨਾਨਕ ਫਰੀਦ ਵਾਲੇ ਸਾਥ ਜਿੰਦਾ ਰਹਿਣਗੇ। ਵਾਹ ਵਾਹ ਵਾਹ। ਕੌਣ ਕਹੇ ਵੰਡ ਤੋਂ ਲਾਹੌਰ ਮੁੱਕ ਜਾਂਦੇ ਨੇ, ਚੁੱਪ ਵਿੱਚ ਆਣ ਸਾਰੇ ਸ਼ੋਰ ਮੁੱਕ ਜਾਂਦੇ ਨੇ। ਵਾਹ ਵਾਹ ਵਾਹ। ਸਿੰਜੀ ਜਿਹੜੀ ਬਾਬਿਆਂ ਨੇ ਭੋ ਨਹੀਂ ਸੁੱਕਣੀ, ਸਾਈਂ ਮੀਆਂ ਮੀਰ ਵਾਲੀ ਸਾਂਝ ਨਹੀਂ ਮੁੱਕਣੀ। ਸਿੰਜੀ ਜਿਹੜੀ ਬਾਬਿਆਂ ਨੇ ਭੋ ਨਹੀਂ ਸੁੱਕਣੀ, ਸਾਈਂ ਮੀਆਂ ਮੀਰ ਵਾਲੀ ਸਾਂਝ ਨਹੀਂ ਮੁੱਕਣੀ। ਰੰਗੇ ਮੱਸੇ ਜਕਰੀਏ ਹੋਰ ਮੁੱਕ ਜਾਂਦੇ ਨੇ, ਚੁੱਪ ਵਿੱਚ ਆਣ ਸਾਰੇ ਸ਼ੋਰ ਮੁੱਕ ਜਾਂਦੇ ਨੇ। ਇਹ ਸੀਗਾ ਕਿ ਲੰਗਰਾਂ ਦੀ ਦਾਤ ਮੈਨੂੰ ਬਾਬੇ ਦਿਆਂ ਵੀਹਾਂ ਚੋਂ, ਉੱਗ ਪੈਣੀ ਸ਼ਰਧਾ ਸਲੀਬਾਂ ਸੋਲੀ ਨੀਹਾਂ ਚੋਂ।
ਲੰਗਰਾਂ ਦੀ ਦਾਤ ਮੈਨੂੰ ਬਾਬੇ ਦਿਆਂ ਵੀਹਾਂ ਚੋਂ, ਗਪੈਣੀ ਸ਼ਰਧਾ ਸਲੀਬੋਂ ਸੂਲੀ ਨੀਹਾਂ ਚੋਂ, ਕੰਧ ਉੱਤੇ ਕੰਡੇ ਸੂਲਾਂ ਥੋਰ ਮੁੱਕ ਜਾਂਦੇ ਨੇ, ਚੁੱਪ ਵਿੱਚ ਆਉਣ ਸਾਰੇ ਸ਼ੋਰ ਮੁੱਕ ਜਾਂਦੇ, ਵਾਹ ਕੌਣ ਕਹੇ ਵੰਡ ਤੋਂ ਲਾਹੌਰ ਮੁੱਕ ਜਾਂਦੇ ਨੇ। ਵਾਹ। ਆਖਰੀ ਸ਼ੇਰ ਸੀ ਕਹਿੰਦਾ ਕਿ ਝਨਾਂ ਦਿਆਂ ਨੀਰਾਂ ਤੇ ਪ੍ਰੀਤ ਰਹੂ ਤਰਦੀ, ਬੇਲਿਆਂ ਚੋਂ ਬੰਜਲੀ ਦੀ ਹੂਕ ਨਹੀਂ ਉਹ ਮਰਦੀ, ਝਨਾਂ ਦਿਆਂ ਨੀਰਾਂ ਤੇ ਪ੍ਰੀਤ ਰਹੂ ਤਰਦੀ, ਬੇਲਿਆਂ ਚੋਂ ਬੰਜਲੀ ਦੀ ਹੂਕ ਨਹੀਂ ਉਹ ਮਰਦੀ, ਕੈਦੋਂ ਸਾਰੇ ਪਲਕਾਂ ਦੇ ਫੋਰ ਮੁੱਕ ਜਾਂਦੇ ਨੇ, ਚੁੱਪ ਵਿੱਚ ਆਉਣ ਸਾਰੇ ਸ਼ੋਰ ਮੁੱਕ ਜਾਂਦੇ ਨੇ, ਕੌਣ ਕਹੇ ਵੰਡ ਤੋਂ ਲਾਹੌਰ ਮੁੱਕ ਜਾਂਦੇ। ਵਾਹ। ਰਵਿੰਦਰ ਹੋਰੀ ਵੀ ਆਖਦੇ ਨੇ ਕਿ ਆਵਾਜ਼ ਤੁਸੀਂ ਉੱਚੀ ਰੱਖੋ, ਤੁਹਾਡੀ ਆਵਾਜ਼ ਨਾ ਜਰਾ ਲੋਕਾਂ ਨੂੰ ਤਾਂ ਹੀ ਉਹ ਹੈਡਫੋਨ ਪਹਿਲਾਂ ਮੈਂ ਤਾਂ ਹੀ ਲਾਏ ਹੋਏ ਸੀ ਕਿਉਂਕਿ ਉਹ ਨਾ ਕਲੀਅਰ ਹੋਣੀ ਹੈ। ਮੈਂ ਇੱਕ ਮੋਬਾਈਲ ਦਾ ਮੈਂ ਥੋੜਾ ਜਿਹਾ ਦੂਰ ਚਲਾ ਜਾਂਦਾ। ਹਾਂ ਨਹੀਂ ਹੁਣ ਠੀਕ ਹੈ, ਹੁਣ ਠੀਕ ਆ ਰਹੀ, ਹੁਣ ਠੀਕ ਆਵਾਜ਼ ਆ ਰਹੀ। ਹਾਂਜੀ। ਅੱਛਾ ਤੁਸੀਂ ਇਹ ਤੁਹਾਡੇ ਨਾਲ ਕਿਸੇ ਨੇ ਪਬਲਿਸ਼ਰ ਨੇ ਰਾਬਤਾ ਵੀ ਕੀਤਾ ਤੁਹਾਡੀ ਕਿਤਾਬ ਛਾਪਣ ਲਈ, ਕਿਉਂਕਿ ਜਿੰਨੇ ਲੋਕ ਤੁਹਾਨੂੰ ਸੁਣਨਾ ਚਾਹੁੰਦੇ ਨੇ, ਪਿਆਰ ਕਰਦੇ ਨੇ, ਤੇ ਕਈ ਵਾਰ ਆਪ ਹੀ ਹਾਂਜੀ ਕਾਫੀ ਨੇ, ਪਬਲਿਸ਼ਰ ਨੇ ਕਾਫੀਆਂ ਦਾ ਕਾਲ ਵਗੈਰਾ ਆਉਂਦੀ ਰਹਿੰਦੀ ਆ, ਪਰ ਮੇਰਾ ਇਹ ਸੀਗਾ ਵੀ ਇੱਕ ਸਹਿਜਤਾ ਨਾਲ ਕੰਮ ਕਰਿਆ ਜਾਵੇ, ਜਦੋਂ ਤੁਹਾਡੇ ਆਪਣੇ ਮਨ ਨੂੰ ਤਸੱਲੀ ਹੋ ਜਾਂਦੀ ਆ, ਸੰਤੁਸ਼ਟੀ ਹੋ ਜਾਂਦੀ ਆ। ਹੁਣ ਇਹ ਆ ਵੀ ਤੁਸੀਂ ਦੇਖਦੇ ਹੋ ਜਿਹੜੇ ਅਰਬ ਦਾ ਸਾਹਿਤ ਹੋ ਗਿਆ ਜਾਂ ਜਿਹੜਾ ਵੱਡਾ ਆਪਣਾ ਪੰਜਾਬ ਦਾ, ਕਈ ਐਵੇਂ ਦੇ ਬੰਦੇ ਹੋਏ ਨੇ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਇੱਕ ਜਾਂ ਦੋ ਰਚਨਾਵਾਂ ਹੀ ਲਿਖੀਆਂ ਨੇ, ਪਰ ਪੰਜਾਬੀ ਸਾਹਿਤ ਦੀ ਤਰਾਸਦੀ ਕਹਿ ਸਕਦੇ ਇਹਨੂੰ ਵੀ, ਕਿਤਾਬ ਛਪਾਉਣ ਦੀ ਥੋੜੀ ਜਿਹੀ ਕਾਹਲ ਆ ਜਿਹੜੀ, ਉਹ ਹੇਠਲੇ ਪੱਧਰ ਦੀਆਂ ਕੱਚੀ ਕਵਿਤਾ ਨੂੰ ਵੀ ਮੂਹਰੇ ਲੈ ਕੇ ਆ ਰਹੀਆਂ ਨੇ, ਕਿਉਂਕਿ ਇੱਕ ਨੀਂਹ ਬਣ ਰਹੀ ਹੁੰਦੀ ਆ ਉਦੋਂ, ਇੱਕ ਫੇਮ ਦੀ ਤੁਸੀਂ ਕਹਿ ਸਕਦੇ ਹੋ, ਜਾਂ ਕਮਰਸ਼ੀਅਲਿਜ਼ਮ ਆ ਜਿਹੜਾ ਉਹ ਹਾਵੀ ਹੋਇਆ ਹੋਇਆ ਸਾਹਿਤ ਤੇ ਵੀ। ਮੈਨੂੰ ਇਹ ਸੀਗਾ ਵੀ ਇੱਕ ਸਹਿਜਤਾ ਨਾਲ ਕੰਮ ਕਰਿਆ ਜਾਵੇ। ਪਬਲਿਸ਼ਰਾਂ ਦੇ ਫੋਨ ਆਉਂਦੇ ਰਹਿੰਦੇ, ਪਰ ਜਲਦ ਹੀ ਇਨਸ਼ਾਅੱਲਾ ਕਰਾਂਗੇ, ਮੁਕੰਮਲ ਹੋ ਚੁੱਕਿਆ ਕਿਤਾਬ ਦਾ, ਕੁਝ ਕੁ ਕਾਰਜ ਰਹਿੰਦਾ ਉੱਥੇ ਕਰਕੇ, ਫਿਰ ਜਲਦੀ ਇਨਸ਼ਾਅੱਲਾ। ਮੇਰੀ ਅੱਜ ਹੀ ਨਾ ਗੱਲ ਹੋ ਰਹੀ ਸੀ, ਰਾਏ ਮੁਹੰਮਦ ਖਾਨ ਨਾਸਰ ਸਾਡੇ ਵਾਲੇ ਪਾਸੇ ਇੱਧਰ ਬੜੇ ਸੋਹਣੇ ਸ਼ਾਇਰ ਨੇ, ਉਸ ਵੇਲੇ ਗੱਲ ਹੋ ਰਹੀ ਸੀ ਉਹਨਾਂ ਨਾਲ, ਤੇ ਉਹ ਮੈਂ ਕਿਹਾ ਜੀ ਉਹ ਬੇਟੇ ਤੁਹਾਡੇ ਤੋਂ ਮਜ਼ਮੂਨ ਪੜ੍ਹਿਆ, ਉਹ ਪਹਿਲਾਂ ਨਹੀਂ ਕਦੀ ਮਜ਼ਮੂਨ ਦਾ ਪੜ੍ਹਿਆ, ਉਹਨਾਂ ਕਿਹਾ ਜੀ ਮੈਂ ਇਹਨੂੰ ਇੱਕ ਨਸੀਹਤ ਕੀਤੀ ਸੀ ਕਿ ਬੇਰ ਅਗਰ ਕੱਚਾ ਤੋੜ ਲਈਏ ਨਾ ਉਹ ਖਾਣਾ ਵੀ ਠੁੱਕ ਦਿੰਦਾ, ਤੇ ਬੇਰ ਅਗਰ ਪੱਕ ਕੇ ਲਾਈਏ, ਉਹ ਤੁਹਾਡੀ ਗੱਲ ਬੜੀ ਸੋਹਣੀ ਰਲੀ ਉਹਨਾਂ ਨਾਲ ਕਿ ਪਹਿਲਾਂ ਵਿਚਾਰ ਪਕਾਣੇ ਚਾਹੀਦੇ ਨੇ, ਫਿਰ ਸਾਹਮਣੇ ਤੁਹਾਡੇ ਰੂਹ ਅੰਦਰੋਂ ਇੱਕ ਵੱਡੀ ਇਹ ਆ ਵੀ ਤੁਹਾਡੇ ਰੂਹ ਅੰਦਰੋਂ ਖੁਦ ਹੀ ਆਵਾਜ਼ ਆ ਜਾਂਦੀ ਹੈ ਵੀ ਹੁਣ ਤੁਸੀਂ ਪਰਪੱਕ ਹੋ ਕਾਰਜ ਲਈ। ਅੱਛਾ ਵਾਹ। ਹਾਂਜੀ ਉਦੋਂ ਹੀ ਕਾਰਜ ਕਰਨਾ ਚਾਹੀਦਾ ਇਹ ਚੁੱਕੇ ਨਵਾਬ ਜੀ। ਹਾਂਜੀ ਜੀ ਜੀ ਫਰਮਾਓ। ਹਾਂਜੀ ਇਹੀ ਆ ਵੀ ਜਦੋਂ ਤੁਹਾਨੂੰ ਖੁਦ ਨੂੰ ਰੂਹ ਨੂੰ ਆਨੰਦ ਆ ਰਿਹਾ, ਜਾਂ ਤੁਸੀਂ ਇੱਕ ਤਿਆਰ ਹੋ ਚੁੱਕੇ ਹੋ ਕਾਰਜ ਲਈ, ਕਿਉਂਕਿ ਕਿਤਾਬ ਦਾ ਜਿਹੜਾ ਪ੍ਰੋਸੈਸ ਆ ਜਾਂ ਵੱਡਾ ਕਾਰਜ ਹੈ, ਜ਼ਿੰਮੇਵਾਰੀ ਹੈ, ਤੁਸੀਂ ਜ਼ਿੰਮੇਵਾਰੀ ਦੇ ਤੌਰ ਤੇ ਜਦੋਂ ਕਰੋਗੇ ਫਿਰ ਤੁਸੀਂ ਪਰਪੱਕ ਹੋ ਕੇ ਆਓਗੇ। ਜਿਵੇਂ ਪਹਿਲਾਂ ਗੱਲ ਹੋਈ ਵੀ ਕਈ ਵੱਡੇ ਬਜ਼ੁਰਗ ਹੋਏ ਨੇ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਇੱਕ ਜਾਂ ਦੋ ਰਚਨਾਵਾਂ ਹੀ ਲਿਖੀਆਂ ਨੇ, ਇੱਕ ਜਾਂ ਦੋ ਲਿਖਤਾਂ ਉਹਨਾਂ ਦੀਆਂ, ਜਾਂ ਉਹਨਾਂ ਦੀਆਂ ਕਿਤਾਬਾਂ ਵੀ ਉਹਨਾਂ ਦੇ ਫੌਤ ਹੋ ਜਾਣ ਤੋਂ ਬਾਅਦ ਛਪੀਆਂ, ਕਈ ਏਦਾਂ ਦੇ ਵੀ ਨੇ ਉਹਨਾਂ 'ਚ। ਪਰ ਇਹ ਆ ਵੀ ਥੋੜਾ ਜਿਹਾ ਕਾਲ ਤੋਂ ਬਚਿਆ ਜਾਵੇ, ਸਹਿਜਤਾ ਨਾਲ ਕਰਿਆ ਜਾਵੇ ਕਾਲ, ਜਿਹੜਾ ਠਰਮੇ ਚੋਂ ਜਾਂ ਸਹਿਜ ਚੋਂ ਨਿਕਲ ਕੇ ਆਊਗੀ ਚੀਜ਼, ਸਿਰਮੌਰੇ ਹੋਊਗੀ ਉਹ, ਤੇ ਉਹ ਉਹਦੇ ਵਿੱਚ ਸਰਬੱਤ ਹੀ ਸਮਾਇਆ ਹੋਊਗਾ, ਫਿਰ ਸਰਬੱਤ ਦੀ ਗੱਲ ਹੋਊਗੀ ਉਹ 'ਚ। ਅੱਛਾ ਇਹ ਮੈਂ ਵੀ ਦੇਖਿਆ ਜੀ ਕਿ ਕਈ ਸਾਡੇ ਜਿਸ ਤਰ੍ਹਾਂ ਇੱਕ ਦੋ ਮਿਸਾਲਾਂ ਨੇ ਕਿ ਸਾਡੇ ਵਾਲੇ ਪਾਸੇ ਇੱਧਰ ਅਹਿਮਦ ਰਾਈ ਹੋਰਾਂ ਦੀ ਇੱਕ ਕਿਤਾਬ ਹੈ ਤਰਿੰਜਨ, ਤੇ ਉਧਰ ਮੋਹਨ ਸਿੰਘ ਲਿਸਾਵੇ ਪੱਤਰ ਹੈ ਜੀ, ਉਹ ਇੱਕ ਇੱਕ ਕਿਤਾਬਾਂ ਹੀ ਉਹਨਾਂ ਨੂੰ ਜ਼ਿੰਦਾ ਕਰ ਗਈਆਂ, ਔਰ ਪੰਜਾਬੀ ਸਾਹਿਤ ਦਾ ਇੱਕ ਨਾਂ ਹੈ। ਤੇ ਮੈਂ ਵੀ ਤੁਹਾਡੇ ਨਾਲ ਸਹਿਮਤ ਇਸ ਗੱਲ ਤੇ ਕਿ ਬਹੁਤਾ ਲਿਖਣਾ ਜ਼ਰੂਰੀ ਨਹੀਂ, ਚੰਗਾ ਲਿਖਣਾ ਜ਼ਰੂਰੀ ਹੈ। ਹਾਂਜੀ ਹਾਂਜੀ ਬਿਲਕੁਲ, ਕੁਆਂਟੀਟੀ ਤੇ ਕੁਆਲਿਟੀ 'ਚ ਅੰਤਰ ਰੱਖਿਆ ਜਾਵੇ। ਅੱਛਾ ਤੁਸੀਂ ਜਦੋਂ ਲਿਖਦੇ ਹੋ ਕਵਿਤਾ ਤੇ ਉਹ ਸਾਰੀਆਂ ਹੀ ਦੋਸਤਾਂ ਨੂੰ ਸੁਣਾ ਦਿੰਦੇ ਹੋ, ਕੁਝ ਵਿੱਚੋਂ ਜ਼ਾਇਆ ਵੀ ਕਰਦੇ ਹੋ, ਕੁਝ ਪਿਛਾਂ ਵੀ ਸੁੱਟ ਦਿੰਦੇ ਹੋ, ਜਾਂ ਕੁਝ ਰੱਖ ਛੱਡਦੇ ਹੋ? ਇੱਕ ਜਿਵੇਂ ਇੱਕ ਇਹ ਆ ਵੀ ਜੇ ਬੌਧਿਕ ਤਲ ਤੋਂ ਜਿਹੜੀ ਗੱਲ ਆਉਂਦੀ ਆ, ਕਈ ਵਾਰ ਏਦਾਂ ਵੀ ਹੁੰਦਾ ਵੀ ਤੁਸੀਂ ਅੱਜ ਬੈਠੇ ਹੋ ਤਾਂ ਤੁਸੀਂ ਲਿਖ ਸਕਦੇ ਹੋ ਉਦੋਂ ਵੀ, ਕਿਉਂਕਿ ਤੁਹਾਡੇ ਕੋਲ ਇੱਕ ਕਾਫੀਆ ਰਦੀਫ ਦੀ ਜਿਹੜੀ ਜਾਂਚ ਆ ਉਹ ਹੁੰਦੀ ਆ, ਬਹਿਰ ਵਜਨ ਦਾ ਤੁਹਾਨੂੰ ਪਤਾ ਹੁੰਦਾ, ਤੁਸੀਂ ਇੱਕ ਉਦੋਂ ਵੀ ਲਿਖ ਸਕਦੇ ਹੋ। ਪਰ ਜਿਹੜੀ ਖੁਦ ਬ ਖੁਦ ਚੀਜ਼ ਆਉਂਦੀ ਆ ਉਹ ਕਮਾਲ ਹੁੰਦੀ ਆ ਆਪਣੇ ਆਪ। ਮੇਰਾ ਇਹ ਝੁਕਾਅ ਜ਼ਿਆਦਾ ਹੁੰਦਾ ਵੀ ਜਿਹੜੀ ਰੂਹ ਨੂੰ ਆਪਣੀ ਨੂੰ ਸਕੂਨ ਦੇ ਰਹੀ ਆ, ਸਾਂਝੀ ਵੀ ਉਹੀ ਕਰੀ ਜਾਵੇ, ਕਿਉਂਕਿ ਬੌਧਿਕ ਤਲ ਤੋਂ ਆਈਆਂ ਹੋਈਆਂ ਚੀਜ਼ਾਂ ਬੌਧਿਕ ਤਲ ਤੇ ਜਾ ਕੇ ਅਸਰ ਕਰਨਗੀਆਂ। ਉਹਨੂੰ ਤੁਸੀਂ ਕਈ ਜਿਹੜੀਆਂ ਖੁਦ ਬ ਖੁਦ ਚੀਜ਼ਾਂ ਆਉਂਦੀਆਂ ਨੇ ਉਹ ਤੁਸੀਂ ਉਹ ਕਾਲ ਰਹਿਤ ਹੋ ਜਾਂਦੀਆਂ ਨੇ, ਕਾਲ 'ਚ ਵੀ ਨਹੀਂ ਮੰਨੀਆਂ ਜਾਂਦੀਆਂ, ਫਿਰ ਜਿਹੜੀ ਆਪਣੇ ਆਪ ਆਊਗੀ ਚੀਜ਼। ਬਿਲਕੁਲ ਸਹੀ। ਉਹ 'ਚ ਤੁਹਾਡਾ ਇਹ ਹੁੰਦਾ ਵੀ ਕਵਿਤਾ 'ਚ ਤੁਸੀਂ ਨਾ ਨਜ਼ਰ ਆਓ, ਜਦੋਂ ਤੁਹਾਡਾ ਆਪਾ ਗਾਇਬ ਹੋ ਜਾਂਦਾ ਕਵਿਤਾ 'ਚੋਂ, ਤੂੰ ਵੱਲ ਦੀ ਗੱਲ ਹੋ ਜਾਂਦੀ ਹੈ, ਫਿਰ ਇਹ ਸਿਰਮੌਰ ਚੀਜ਼ ਉਤਪੰਨ ਹੁੰਦੀ ਆ। ਉਦੋਂ ਨਿੱਜ ਤੋਂ ਪਰੇ ਹੋ ਜਾਣਾ ਹੀ ਸਿਰਮੌਰਤਾ ਵੱਲ ਵਧਣਾ ਕਹਿ ਸਕਦੇ ਹੋ। ਵਾਹ, ਮੈਂ ਨਹੀਂ ਸਭ ਤੂੰ, ਸ਼ਾਹ ਹੁਸੈਨ ਜਿਹੜਾ ਕਹਿੰਦਾ ਕਿ ਮੈਂ ਨਹੀਂ ਸਭ ਤੂੰ, ਸਭ ਤੂੰ, ਬੇਸ਼ੱਕ ਜੀ ਬੇਸ਼ੱਕ। ਇਹ ਮੇਰਾ ਖਿਆਲ ਹੈ ਮੈਂ ਦੀ ਸਰਹੱਦ ਤੋਂ ਅਗਾਂਹ ਨਿਕਲ ਕੇ ਹੀ
ਕੋਈ ਐਸੀ ਗੱਲ ਲੱਭਦੀ ਜਿਹੜੀ ਸਾਂਝੀ ਹੋ ਸਕੇ ਸਾਰਿਆਂ ਨਾਲ ਕਿ ਤੁਹਾਡਾ ਇਹ ਵਿਚਾਰ ਨੇ ਤੁਹਾਡੇ ਕਿ ਬੰਦੇ ਨੂੰ ਆਪਣਾ ਆਪ ਉਹਦਾ ਨਹੀਂ ਦਿਸਣਾ ਚਾਹੀਦਾ, ਕਿਤੇ ਵੀ ਉਹਨੂੰ ਉਹਦੇ 'ਚ ਆਪਣਾ ਜਿਹੜਾ ਸੋਚ ਜਿਹੜਾ ਕ੍ਰੋਧ ਉਹ ਕਿਤੇ ਨਜ਼ਰ ਨਹੀਂ ਆਉਣਾ ਚਾਹੀਦਾ। ਬੇਸ਼ੱਕ ਜੀ ਬੇਸ਼ੱਕ। ਅੱਛਾ ਕੋਈ ਹੋਰ ਚੀਜ਼ ਜਦੋਂ ਏਦਾਂ ਹੋ ਗਿਆ ਜੀ 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 ਕੁਝ ਕਹਿ ਰਹੇ ਉਦੋਂ ਜਦੋਂ ਏਦਾਂ ਹੋ ਗਿਆ ਤਾਂ ਫਿਰ ਜਿਹੜੇ ਕਾਰਜ ਹੋਣਗੇ ਉਹ ਕਮਾਲ ਹੀ ਹੋਣਗੇ, ਆਪਣੇ ਆਪ ਹੋਊਗਾ। ਕਮਾਲ ਉਹੀ ਹੈ ਜਿਹੜਾ ਆਪਣੇ ਆਪ ਖੁਦ ਬ ਖੁਦ ਕਵਿਤਾ ਤੁਹਾਡੇ ਤੇ ਘਟਨਾ ਵਾਂਗ ਘਟ ਜਾਂਦੀ ਹੈ, ਤੁਹਾਨੂੰ ਵੀ ਨਹੀਂ ਪਤਾ ਹੁੰਦਾ ਵੀ ਹੁਣ ਕਵਿਤਾ ਦਰਵਾਜ਼ੇ ਤੇ ਖੜੀ ਹੈ। ਵਾਹ ਬਸ ਦਸਤਕ ਦੇਤਾ ਤੇ ਖੁਦ ਬ ਖੁਦ ਆਉਂਦੀ ਹੈ। ਇਹ ਬਿਲਕੁਲ ਕਈ ਵਾਰ ਏਦਾਂ ਹੁੰਦਾ ਵੀ ਤੁਸੀਂ ਇਹਦਾ ਇਹ ਵੀ ਨਹੀਂ ਹੈਗਾ ਵੀ ਤੁਸੀਂ ਕੋਈ ਵਿਸ਼ੇਸ਼ ਸਥਿਤੀ ਦੇ ਵਿੱਚ ਲਿਖੋ। ਕਈ ਵਾਰ ਤੁਸੀਂ ਕਿਤੇ ਸੋਗ ਵਾਲੀ ਥਾਂ ਤੇ ਗਏ ਹੁੰਦੇ ਹੋ ਤੇ ਉੱਥੇ ਤੁਹਾਨੂੰ ਸ਼ਿੰਗਾਰ ਰਸ ਦੀ ਕਵਿਤਾ ਆ ਜਾਂਦੀ ਹੈ। ਹਾਂ ਕਈ ਵਾਰ ਸ਼ਿੰਗਾਰ ਤੁਸੀਂ ਕਿਤੇ ਸੋਹਣੇ ਸੁਚੱਜੇ ਕਾਰਜ ਵਿੱਚ ਗਏ ਹੁੰਦੇ ਹੋ ਤੇ ਉੱਥੇ ਤੁਹਾਨੂੰ ਵੀਰ ਰਸ ਦੀ ਆ ਜਾਂਦੀ ਹੈ। ਇਹ ਕੋਈ ਤਾਂ ਹੈ ਉਹ ਨਹੀਂ ਗਾ ਕਵਿਤਾ ਦਾ ਤਾਂ ਕੋਈ ਬਿਲਕੁਲ ਬੌਧਿਕ ਤਲ ਨਾਲ ਹੈ ਹੀ ਨਹੀਂ, ਕਨੈਕਸ਼ਨ ਹੈ ਨਹੀਂ ਬੌਧਿਕ ਤਲ। ਇਹਦਾ ਤੁਹਾਡਾ ਖਿਆਲ ਹੈ ਕਿ ਬਾਹਰ ਦੇ ਹਾਲਾਤ ਨਾਲ ਤਲਕ ਨਹੀਂ, ਅੰਦਰ ਦੇ ਮੌਸਮ ਨਾਲ ਤਲਕ ਹੈ ਕਿ ਤੁਹਾਡੇ ਅੰਦਰ ਕੀ ਚੱਲ ਰਿਹਾ ਉਹਦੇ ਉੱਤੇ ਫਿਰ। ਹਾਂਜੀ ਹਾਂਜੀ, ਨਾਲੇ ਕਵਿਤਾ ਤੇ ਤੁਸੀਂ ਕਿਹੜਾ ਬੰਧਨ ਲਾਓਗੇ? ਬੰਧਨ ਤਾਂ ਜਿਹੜੀਆਂ ਆਮ ਮਾਨਵ ਨੇ ਚੀਜ਼ਾਂ ਬਣਾਈਆਂ ਉਹਦੇ ਤੇ ਲਾਇਆ ਜਾ ਸਕਦਾ। ਕਵਿਤਾ ਤੇ ਇੱਕ ਖੁਦ ਬ ਖੁਦ ਕੁਦਰਤੀ ਰੂਪ ਵਿੱਚ ਪ੍ਰਗਟ ਹੋਇਆ ਵਰਤਾਰਾ ਹੈ। ਇਹਨੂੰ ਤੁਸੀਂ ਬੰਧਨਾਂ 'ਚ ਨਹੀਂ ਰੱਖ ਸਕਦੇ। ਇਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਤੇ ਅਸੀਂ ਮੀਟਰ ਜਾਂ ਕੁਝ ਵੀ ਹੋਰ ਬੰਧਨ ਹੈ ਨਾ, ਤਾਂ ਇੱਕ ਖੁਦ ਬ ਖੁਦ ਪ੍ਰਗਟ ਹੋਇਆ ਵਰਤਾਰਾ ਬੰਧਨਾਂ ਤੋਂ ਪਰੇ ਦੀ ਚੀਜ਼ ਹੈ। ਮੁਸਤਫਾ ਅਨਵਰ ਅਲੀ ਵੀ ਵਾਹ ਕਹਿ ਰਹੇ ਤੁਹਾਡੇ ਇੱਕ ਨਾਮ ਸੁਣ ਕੇ ਇਸ ਪ੍ਰੋਗਰਾਮ ਤੇ, ਔਰ ਨਹਿਰ ਵਿਸ਼ਾਲ ਅਲੀ ਵੀ, ਸੁਖਚੈਨ ਸਿੰਘ ਤੁਹਾਨੂੰ ਸੁਣ ਰਹੇ ਨੇ, ਸੋਨਾ ਬਨੀਵਾਲ ਉਹ ਵੀ ਤੁਹਾਨੂੰ ਆਪਣਾ ਸੁਣਦੇ ਪਏ ਨੇ, ਜਗਦੀਸ਼ ਰਾਣਾ ਵੀ। ਅੱਛਾ ਇਹ ਸਾਰੇ ਦੋਸਤ ਚਾਹੁੰਦੇ ਨੇ ਕਿ ਕੋਈ ਹੋਰ ਵੀ ਤੁਹਾਡੇ ਕੋਲੋਂ, ਕਿਉਂਕਿ ਵੇਲਾ ਜਿਹੜਾ ਨਾ ਜੋ ਨੇੜੇ ਨੇੜੇ ਆਈ ਜਾ ਰਿਹਾ, ਸਾਡੇ ਕੋਲ ਪਿੱਛੇ 7 ਮਿੰਟ ਰਹਿ ਗਏ ਨੇ। ਅਸੀਂ ਆਖਰ ਤੇ ਤੁਹਾਡੇ ਕੋਲੋਂ ਤੁਹਾਡੇ ਵਿਚਾਰ ਵੀ ਲੈਣੇ ਨੇ, ਕੋਈ ਸੁਨੇਹਾ ਵੀ ਆਪਣੇ ਸੁਣਨ ਵਾਲਿਆਂ ਲਈ, ਤੇ ਕੋਈ ਚੀਜ਼ ਹੋਰ ਤੁਸੀਂ ਆਪਣੀ ਸੁਣਾਓ, ਕਵਿਤਾ ਸਾਂਝੀ ਕਰੋ ਜੀ। ਹਾਂਜੀ ਹਾਂਜੀ, ਇੱਕ ਸੀ ਕਿ ਦੱਸੀ ਮਾਏ ਕਹੇ ਸੀ ਇਮਾਨ ਉਹਨਾਂ ਆਸ਼ਕਾਂ ਦੇ ਜਿਹੜੇ ਸੀ ਪਹਾੜਾਂ ਨੂੰ ਵੀ ਚੀਰਦੇ, ਤਖਤ ਹਜ਼ਾਰਿਆਂ ਦੇ ਬਲ ਦੀ ਕੋਈ ਗੱਲ ਦੱਸੀ, ਦੁੱਖੜੇ ਸੁਣਾਈ ਮਾਈ ਹੀਰ ਦੇ, ਵਸਲਾਂ ਦੀ ਠੰਡਕ ਦੇ ਬਾਰੇ ਦੱਸੀ ਮਾਏ ਮੈਨੂੰ, ਪੀੜ ਦੱਸੀ ਬਿਰਹੋਂ ਦੀ ਚੀਸ ਦੀ, ਈਸਾ ਤੇ ਯੋਹੰਨਾ ਦੀ ਵੀ ਬਾਤ ਕੋਈ ਦੱਸੀ ਮਾਏ, ਵਾਰਤਾ ਸੁਣਾਈ ਕੋਈ ਹਦੀਸ ਦੀ, ਆਦ ਤੇ ਜੁਗਾਦ ਦੀਆਂ ਬਾਤਾਂ ਜਿੱਥੇ ਪੈਂਦੀਆਂ ਨੇ, ਖਬਰ ਕੋਈ ਦੱਸੀ ਉਸ ਰਾਹ ਦੀ, ਰਬਾਬ ਤੇ ਸੰਗੀਤ ਜਿੱਥੇ ਫਿਜ਼ਾ ਵਿੱਚ ਗੂੰਜਦੇ ਨੇ, ਸਾਖੀ ਕੋਈ ਸੁਣਾਈ ਪਾਤਸ਼ਾਹ ਦੀ, ਵਸਲਾਂ ਦੀ ਠੰਡਕ ਦੇ ਬਾਰੇ ਦੱਸੀ ਮਾਏ ਮੈਨੂੰ, ਪੀੜ ਦੱਸੀ ਬਿਰਹੋਂ ਦੀ ਚੀਸ ਦੀ, ਈਸਾ ਤੇ ਯੋਹੰਨਾ ਦੀ ਵੀ ਬਾਤ ਕੋਈ ਦੱਸੀ ਮਾਏ, ਵਾਰਤਾ ਸੁਣਾਈ ਕੋਈ ਹਦੀਸ ਦੀ। ਵਾਹ ਵਾਹ, ਸ਼ੁਕਰੀਆ ਸ਼ੁਕਰੀਆ। ਅੱਛਾ ਗੀਤ ਤੁਹਾਡੇ ਗਾਏ ਵੀ ਹੈ ਨੇ ਜੀ? ਉਹ ਇੱਕ ਤੇ ਤੁਹਾਡੇ ਕਿਸੇ ਸੱਜਣ ਮਿੱਤਰ ਨੇ ਗਾਇਆ ਵੇਖਿਆ, ਹੋਰ ਵੀ ਗੀਤ ਤੁਹਾਡੇ ਕਿਸੇ ਗਾਏ ਨੇ? ਹਾਂਜੀ ਹਾਂਜੀ ਹਾਂਜੀ, ਜਲਦ ਕਰ ਰਹੇ ਹਾਂ ਰਿਕਾਰਡ। ਕੁਝ ਕੁ ਗੀਤ ਨੇਗੇ, 2-3 ਗੀਤ ਨੇ ਉਹ ਰਿਕਾਰਡ ਕਰ ਰਹੇ ਹਾਂ ਜਲਦ। ਇੱਕ ਉਹ ਸੀਗਾ ਕਿ ਬੱਜੇ ਦੇ ਹਾਂ ਕਰੀ ਦਵਾ ਜੀ। ਕਿਸੇ ਫਿਲਮ ਨੇ ਵੀ ਕਿਸੇ ਨੇ ਲਿਆ ਤੁਹਾਡਾ ਕੋਈ ਗੀਤ? ਕਿਸੇ ਫਿਲਮ ਦਾ ਹਿੱਸਾ ਬਣਿਆ? ਹਾਂਜੀ ਹਾਂਜੀ ਇੱਕ। ਅੱਛਾ ਦਾ ਫਿਰ ਇੱਕ ਵਾਰੀ ਮਸਲਾ ਆ ਗਿਆ ਜੀ ਵਿੱਚ, ਔਰ ਕਿਉਂਕਿ ਸਹੀ ਆਖਿਆ ਸੀ ਕਿਸੇ ਮਿੱਤਰ ਨੇ ਕਿ ਕਿਸੇ ਦੀ ਸੁਣਾ ਰਹੀ ਜੋ ਹੁੰਦਾ ਕੋਈ ਫਿਰ ਮੈਂ ਨੈਟਵਰਕ ਲਗਾਇਆ ਜਾ ਰਿਹਾ, ਲੇਕਿਨ ਅਸੀਂ ਨਾਲ ਦੀਆਂ ਚੀਜ਼ਾਂ ਸਾਂਝੀਆਂ ਕਰਦੇ ਰਹਾਂਗੇ ਕਿ ਜਦੋਂ ਵੀ ਸਾਡੇ ਨਾਲ ਰਾਬਤੇ 'ਚ ਆਉਂਦੇ ਨੇ ਅਸੀਂ ਉਹਨਾਂ ਕੋਲ ਫਿਰ ਕੋਈ ਇੱਕ ਹੋਰ ਚੀਜ਼ ਸੁਣ ਲਵਾਂਗੇ, ਤਾਂ ਕਿ ਜਿਹੜੇ ਦੁਨੀਆ ਭਰ 'ਚੋਂ ਮਾਂ ਬੋਲੀ ਨਾਲ ਪਿਆਰ ਕਰਨ ਵਾਲੇ ਪ੍ਰੋਗਰਾਮ ਵੇਖ ਰਹੇ ਨੇ ਔਰ ਨਵਾਬ ਖਾਂ ਦੀ ਸ਼ਾਇਰੀ ਦਾ ਪੂਰੀ ਚੱਸ ਮਾਣ ਰਹੇ ਨੇ ਉਹਨਾਂ ਦੀ, ਔਰ ਉਹ ਇੱਕ ਅੱਧੀ ਚੀਜ਼ ਅਸੀਂ ਹੋਰ ਉਹਨਾਂ ਕੋਲ ਸੁਣ ਲੈ ਸਕੀਏ, ਤਾਂ ਕਿ ਅਗਰ ਉੱਧਰੋਂ ਨੈਟਵਰਕ ਜੁੜ ਜਾਵੇ। ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਹੁਣ ਆਉਂਦੇ ਹਫਤੇ ਨਾ ਇੱਧਰੋਂ ਲਹਿੰਦੇ ਪੰਜਾਬ 'ਚੋਂ ਵੀ ਕਿਸੇ ਨੌਜਵਾਨ ਗੱਭਰੂ ਕਿਸੇ ਸ਼ਾਇਰ ਨੂੰ ਲਈਏ, ਤਾਂ ਕਿ ਇੱਧਰ ਵੀ ਵੇਖੀਏ ਕਿ ਕਿਸ ਤਰ੍ਹਾਂ ਦੀ ਲਿਖੀ ਜਾ ਰਹੀ ਹੈ ਪੰਜਾਬੀ ਸ਼ਾਇਰੀ ਔਰ ਕਵਿਤਾ। ਤੇ ਨਵਾਬ ਖਾਂ ਹੀ ਸਲਾਮਤ ਰਹਿਣ, ਵਸਦੇ ਰਹਿਣ। ਬਹੁਤ ਸੋਹਣਾ ਉਹਨਾਂ ਨੇ ਕਲਾਮ ਸਾਂਝਾ ਕੀਤਾ, ਬੜੇ ਸੋਹਣੇ ਵਿਚਾਰ ਉਹਨਾਂ ਦੇ, ਔਰ ਜਿਹੜੀ ਹਲੀਮੀ ਔਰ ਆਜਜ਼ੀ ਉਹਨਾਂ ਦੀ ਜ਼ਾਤ ਵਿੱਚ ਸੀ ਉਹ ਯਕੀਨਨ ਸੂਫੀਆਂ ਦਾ ਰੰਗ ਉਹਨਾਂ 'ਤੇ ਵੇਖਿਆ ਜਾ ਸਕਦਾ ਹੈ, ਕਿਉਂਕਿ ਉਹ ਇੱਕ ਰੂਹ ਨਾਲ ਜੁੜੇ ਹੋਏ ਬੰਦੇ ਨੇ, ਰੂਹ ਦੀ ਗੱਲ ਕਰਨ ਵਾਲੇ ਨੇ,
ਔਰ ਛੋਟੀ ਉਮਰ 'ਚ ਹੀ ਵੱਡੀ ਸ਼ਾਇਰੀ ਕਰ ਰਹੇ ਨੇ, ਕਿਉਂਕਿ ਇਹ ਦੇਖਿਆ ਜਾਂਦਾ ਹੈ ਕਿ ਇਸ ਉਮਰ 'ਚ ਲੋਕ ਇਸ਼ਕੋ ਮੁਹੱਬਤ ਦੇ ਰੌਲਿਆਂ 'ਚੋਂ ਨਹੀਂ ਨਿਕਲਦੇ, ਤੇ ਇਹ ਬੰਦਾ ਸਾਰੇ ਬੰਦਿਆਂ ਨੂੰ ਉਹਦਾ ਨਾਲ ਜੋੜਨ ਡਿਆ ਵੇ ਜਿਨ੍ਹਾਂ ਦੇ ਨਾਲ ਸਾਡੇ ਸੂਫੀ ਸਾਨੂੰ ਜੋੜਨ ਦੀ ਕੋਸ਼ਿਸ਼ ਕਰਦੇ ਰਹੇ, ਜਿਸ ਜ਼ਾਤ ਨਾਲ। ਔਰ ਸਾਨੂੰ ਇੱਕ ਜਿਹੜਾ ਆਨੰਦ ਹੈ ਉਹ ਸੂਫੀਆਂ ਕੋਲ ਲੱਭਦਾ ਹੈ, ਉਹ ਇਹਨਾਂ ਨੂੰ ਇਸ ਨੌਜਵਾਨ ਦੀ ਸ਼ਾਇਰੀ ਦੇ ਵਿੱਚ ਵੀ ਮੌਜੂਦ ਹੈ। ਅਸੀਂ ਚਾਹਾਂਗੇ ਕਿ ਅਗਲੀ ਦਫਾ ਜਿਹੜਾ ਪਾਕਿਸਤਾਨ ਤੋਂ ਇੱਧਰੋਂ ਲਹਿੰਦੇ ਪੰਜਾਬ ਤੋਂ ਸ਼ਾਇਰ ਤੁਹਾਨੂੰ ਮਿਲਾਈਏ, ਔਰ ਤੁਸੀਂ ਇਸ ਤਰ੍ਹਾਂ ਹੀ ਆਪਣੇ ਵਿਚਾਰ ਸਾਂਝੇ ਕਰਦੇ ਰਿਹਾ ਕਰੋ, ਇਸ ਤਰ੍ਹਾਂ ਸਾਨੂੰ ਹਲਾਸ਼ੇਰੀ ਦਿੰਦੇ ਰਿਹਾ ਕਰੋ। ਕੀਮਤੀ ਗੱਲਾਂ ਵੱਲੋਂ ਹਰਵਿੰਦਰ ਹੋਰੀ ਔਰ ਪੰਜਾਬੀ ਕਾ ਤੋਂ ਮੈਂ ਆਜ਼ਮ ਮਲਕ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਹਮੇਸ਼ਾ ਹੀ ਸਾਡੇ ਪ੍ਰੋਗਰਾਮਾਂ ਨੂੰ ਪਸੰਦ ਕਰਦੇ ਹੋ, ਔਰ ਸਾਡੇ ਜਿਹੜੇ ਅਸੀਂ ਬੰਦੇ ਲੱਭ ਕੇ ਲਿਆਉਂਦੇ ਹਾਂ, ਤੁਸੀਂ ਸਾਨੂੰ ਮਜ਼ੀਦ ਹੌਸਲਾ ਦਿੰਦੇ ਹੋ ਕਿ ਅਸੀਂ ਹੋਰ ਮਾਂ ਬੋਲੀ ਦੇ ਸੇਵਕ, ਹੋਰ ਪੱਤਰਕਾਰ, ਹੋਰ ਲਿਖਣ ਵਾਲੇ, ਹੋਰ ਸੋਹਣੇ ਸ਼ਾਇਰ ਤੁਹਾਨੂੰ ਲੈ ਕੇ ਤੁਹਾਨੂੰ ਮਿਲਾਈਏ। ਨਿਹਾਰ ਵਿਸ਼ਾਲ ਅਲੀ ਸਲਾਮ ਕਹਿ ਰਹੇ ਨੇ, ਵਸਦੇ ਰਹੋ। ਤੇ ਅੱਜ ਦੀ ਅਸੀਂ ਜਿਹੜਾ ਇਹ ਰਾਬਤਾ ਟੁੱਟ ਗਿਆ ਹੈ, ਹੁਣ ਅਸੀਂ ਅਗਲੇ ਮੰਚ ਲਈ ਤਾਂ ਚਾਹਾਂਗੇ ਕਿ ਤਦੋਂ ਤੱਕ ਤੁਹਾਡੇ ਕੋਲੋਂ ਇਜਾਜ਼ਤ ਲਈਏ, ਤੇ ਰੱਬ ਰਾਖਾ ਛੇਤੀ ਇਨਸ਼ਾਅੱਲਾ ਮਿਲਾਂਗੇ, ਹੋਰ ਲੋਕ ਲੈ ਕੇ, ਹੋਰ ਕਲਾਮ ਲੈ ਕੇ, ਹੋਰ ਸਿਆਣਪ ਤੇ ਸੋਚ ਦੀਆਂ ਗੱਲਾਂ ਲੈ ਕੇ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਲਓ ਜੀ, ਰੱਬ ਰਾਖਾ।